ਸਤਿ ਸ਼੍ਰੀ ਅਕਾਲ ਜੀ, ਮੈਂ ਜੈਸਮੀਨ ਸਟੱਡੀ ਵਰਲਡ ਇਮੀਗ੍ਰੇਸ਼ਨ ਵੱਲੋਂ ਤੇ ਅੱਜ ਦੇ ਸਾਡੇ ਲਾਈਵ ਸੈਸ਼ਨ ਦਾ ਟੌਪਿਕ ਹੈ ਆਸਟ੍ਰੇਲੀਆ ਰਿਜੈਕਸ਼ਨ ਦਾ ਕੀ ਕਾਰਨ ਆ। ਆਸਟ੍ਰੇਲੀਆ ਦਾ ਵੀਜ਼ਾ ਕਿਉਂ ਰਿਜੈਕਟ ਹੁੰਦਾ ਵਾ, ਉਹ ਰਿਜੈਕਸ਼ਨ ਦਾ ਕੀ ਕਾਰਨ ਆ, ਕਿਹੜੇ ਡਾਕੂਮੈਂਟਸ ਆਪਾਂ ਇੱਦਾਂ ਦੇ ਛੱਡ ਦਿੰਦੇ ਆ, ਕਿਹੜੀਆਂ ਕਮੀਆਂ ਆਪਾਂ ਛੱਡ ਦਿੰਦੇ ਆ ਜਿਨ੍ਹਾਂ ਕਰਕੇ ਸਾਡਾ ਵੀਜ਼ਾ ਰਿਜੈਕਟ ਹੋ ਜਾਂਦਾ। ਤੇ ਮੇਰੇ ਨਾਲ ਨੇ ਇਸ ਟੌਪਿਕ ਤੇ ਡਿਸਕਸ਼ਨ ਕਰਨ ਲਈ ਸਟੱਡੀ ਵਰਲਡ ਦੇ MD ਮਿਸਟਰ ਮਨੀਸ਼ ਗੁਪਤਾ ਜੀ। ਸਤਿ ਸ਼੍ਰੀ ਅਕਾਲ ਸਰ। ਸਰ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਜਿਹੜੇ ਬੱਚਿਆਂ ਦਾ ਰਿਫਿਊਜ਼ਲ ਆਉਂਦਾ, ਉਹ ਰਿਫਿਊਜ਼ਲ ਦਾ ਕਾਰਨ ਕੀ ਹੈ? ਉਹ ਸਭ ਤੋਂ ਵੱਡਾ ਜਿਹੜਾ ਕਾਰਨ ਇਹ ਰਹਿੰਦਾ ਵੀ ਕੋਰਸ ਜਿਹੜਾ ਰੈਲੇਵੈਂਟ ਨਹੀਂ ਹੁੰਦਾ ਬੱਚੇ ਦਾ, ਅਤੇ ਵੀ ਕੋਰਸ ਬੱਚੇ ਨੂੰ ਯਾਨੀ ਕਿ ਕੋਈ ਨਾ ਕੋਈ ਇੱਧਰ ਉੱਧਰ ਦੇ ਦਿੱਤਾ ਜਾਂਦਾ ਜਿਹਦੀ ਕੋਈ ਮੈਚ ਨਹੀਂ ਕਰਦੀ ਹੈਗੀ ਪੜ੍ਹਾਈ ਦੇ ਵਿੱਚ। ਅਤੇ ਇਹਦੇ ਨਾਲ ਹੀ ਜਿਹੜਾ ਜੁੜਿਆ ਹੋਇਆ ਕਾਰਨ ਜਿਹੜਾ ਹੈਗਾ ਸਟੇਟਮੈਂਟ ਆਫ ਪਰਪਸ। ਵੀ ਆਸਟ੍ਰੇਲੀਆ ਜਿਹੜਾ ਹੈਗਾ ਵੀਜ਼ਾ ਦਿੰਦਾ ਹੈ GTE ਕ੍ਰਾਈਟੇਰੀਆ 'ਤੇ, ਜਿਹਨੂੰ ਕਹਿੰਦੇ ਜੈਨੂਇਨ ਟੈਂਪਰੇਰੀ ਐਂਟਰੈਂਟ ਕ੍ਰਾਈਟੇਰੀਆ। ਹੁਣ ਉਹਦੇ ਵਿੱਚ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਆ ਜਾਂਦੇ ਨੇ, ਉਹਦੇ ਵਿੱਚ ਵਰਕ ਐਕਸਪੀਰੀਅੰਸ ਦਾ ਡਾਕੂਮੈਂਟਸ ਵੀ ਆ ਜਾਂਦਾ ਹੈ, ਫਿਰ ਸਪਾਊਸ ਕੀ ਕਰਦੇ ਨੇ ਕੀ ਨਹੀਂ ਉਹ ਵੀ ਆ ਜਾਂਦਾ ਵਿੱਚ। ਫਿਰ ਇਹ ਵੀ ਆ ਜਾਂਦਾ ਨਾਲ ਵੀ ਬੱਚੇ ਨੇ ਜੇ ਕੀ ਪੜ੍ਹਾਈ ਕੀਤੀ ਹੈ ਅਤੇ ਕਿਹੜਾ ਕੋਰਸ ਕਰਨ ਚੱਲਿਆ ਹੈ, ਵਰਕ ਐਕਸਪੀਰੀਅੰਸ ਜਿਹੜਾ ਹੈਗਾ ਉਹ ਰੈਲੇਵੈਂਟ ਸੀਗਾ ਕਿ ਨਹੀਂ ਸੀਗਾ ਪੁਰਾਣੀ ਪੜ੍ਹਾਈ ਨਾਲ, ਅਤੇ ਵਰਕ ਐਕਸਪੀਰੀਅੰਸ ਜਿਹੜਾ ਹੈਗਾ ਉਹ ਰੈਲੇਵੈਂਟ ਹੈ ਕਿ ਨਹੀਂ ਹੈਗਾ ਜਿਹੜੀ ਨਵੀਂ ਪੜ੍ਹਾਈ ਕਰਨ ਜਾ ਰਹੇ ਨੇ ਉੱਥੇ। ਇਹ ਸਾਰੀਆਂ ਚੀਜ਼ਾਂ GT ਦੇ ਵਿੱਚ ਆ ਜਾਂਦੀਆਂ, ਅਤੇ GT ਵਿੱਚ ਇਹ ਵੀ ਬੱਚੇ ਨੂੰ ਦੱਸਣ ਦੀ ਲੋੜ ਪੈਂਦੀ ਹੈ ਵੀ ਇਹ ਕੋਰਸ ਕਿਉਂ ਕਰਨ ਜਾ ਰਹੇ ਹੋ, ਅਤੇ ਇਸ ਕੋਰਸ ਦੇ ਵਿੱਚ ਕੀ ਬੈਨੀਫਿਟਸ ਨੇ, ਕਰਨ ਤੋਂ ਬਾਅਦ ਕਿਹੜੀਆਂ ਜੋਬਸ ਲੱਗ ਜਾਣਗੀਆਂ, ਕਿੰਨੀ ਸੈਲਰੀ ਲੈਵਲ ਮਿਲ ਜਾਣਗੇ, ਇਹ ਸਾਰੀਆਂ ਚੀਜ਼ਾਂ ਨਾਲ ਆ ਜਾਂਦੀਆਂ। ਅਤੇ ਜ਼ਿਆਦਾਤਰ ਬੱਚੇ ਜਿਨ੍ਹਾਂ ਦੇ ਵੀ ਵੀਜ਼ੇ ਰਿਫਿਊਜ਼ ਹੋਏ ਨੇ, ਵੀ ਹੁਣ ਦੀ ਗੱਲ ਕਰੀਏ ਜਾਂ ਫਿਰ ਪਹਿਲਾਂ ਦੀ ਗੱਲ ਕਰੀਏ 2019 ਦੀ ਗੱਲ ਕਰੀਏ ਆਪਾਂ, ਅਤੇ ਉਹਨਾਂ ਦੇ GT ਦੇ ਕਾਰਨ ਹੀ ਰਿਫਿਊਜ਼ ਹੋਏ। ਉਹ ਕਹਿੰਦੇ ਵਾਪਸ ਨਹੀਂ ਆਉਂਗੇ ਤੁਸੀਂ, ਵੀ GT ਦਾ ਵੀ ਜਿੱਥੇ GT ਫੇਲ ਹੋ ਜਾਂਦੀ ਹੈ ਇਮੀਗ੍ਰੇਸ਼ਨ ਦੇ ਵਿੱਚ, ਉੱਥੇ ਇਹ ਕਿਹਾ ਜਾਂਦਾ ਵੀ ਬੱਚਾ ਵਾਪਸ ਨਹੀਂ ਆਏਗਾ, ਅਤੇ ਬੱਚਾ ਵਾਪਸ ਨਾ ਆਉਂਦਾ ਦੇ ਚੱਕਰ 'ਚ ਉਹ ਫਿਰ ਵੀਜ਼ਾ ਗਰਾਂਟ ਨਹੀਂ ਕਰਦੇ। ਇਸ ਕਰਕੇ GT ਸਭ ਤੋਂ ਜ਼ਿਆਦਾ ਵੱਡਾ ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜਿਹਦੇ ਵਿੱਚ ਸਟੇਟਮੈਂਟ ਆਫ ਪਰਪਸ ਮੇਨ ਫੈਕਟਰ ਰਹਿੰਦਾ, ਅਤੇ ਉਹਦੇ ਨਾਲ ਐਡੀਸ਼ਨਲ ਡਾਕੂਮੈਂਟਸ ਆ ਜਾਂਦੇ ਨੇ, ਇਨਕਮ ਦੇ ਡਾਕੂਮੈਂਟਸ ਆ ਜਾਂਦੇ, ਫਾਈਨੈਂਸ਼ੀਅਲ ਡਾਕੂਮੈਂਟਸ ਆ ਜਾਂਦੇ ਨੇ, ਅਤੇ ਜਿਹੜੇ ਲਾਈਕ ਇਸ ਤੋਂ ਇਲਾਵਾ ਜਿਹੜੇ ਜਿਵੇਂ ਗੈਪ ਦੇ ਡਾਕੂਮੈਂਟੇਸ਼ਨ ਆ ਗਏ, ਤਾਂ ਕੋਰਸ ਰੈਲੇਵੈਂਸੀ ਦੇ ਡਾਕੂਮੈਂਟਸ। ਅਗਰ ਇਹ ਸਾਰੀਆਂ ਚੀਜ਼ਾਂ ਬੱਚਾ ਧਿਆਨ ਨਾਲ ਦੇਖ ਕੇ ਚੱਲੇ, ਅਤੇ ਬੱਚੇ ਦਾ ਜਿਹੜਾ ਸਭ ਤੋਂ ਮੇਨ ਕਾਰਨ ਜਿਹੜਾ ਵੀਜ਼ਾ ਰਿਫਿਊਜ਼ਲ ਦਾ ਸਟੇਟਮੈਂਟ ਆਫ ਪਰਪਸ ਜਿਹਨੂੰ GT ਅਸੀਂ ਕਹਿੰਦੇ ਹਾਂ ਇਹੀ ਰਹਿੰਦਾ ਜੀ। ਠੀਕ ਹੈ ਸਰ, ਜਿਹੜੇ ਸਟੂਡੈਂਟਸ ਦੇ ਆਲਰੇਡੀ ਜਿਹੜੇ ਸਟੂਡੈਂਟਸ ਐਲੀ ਕੋਰਸ ਦੇ ਨਾਲ ਜਾਂਦੇ ਨੇ, ਕਿਤੇ ਨਾ ਕਿਤੇ ਸਟੂਡੈਂਟਸ ਦੀ ਮੈਂਟੈਲਿਟੀ ਆ ਕਿ ਐਲੀ ਕੋਰਸ ਨਾਲ ਵੀਜ਼ਾ ਰਿਜੈਕਟ ਹੁੰਦਾ ਵਾ, ਇਹ ਰਿਐਲਿਟੀ ਆ ਜਾਂ ਬੱਚਿਆਂ ਦੇ ਮਨ ਦਾ ਵਹਿਮ ਹੈ? ਕੋਈ ਐਸਾ ਕੁਛ ਨਹੀਂ ਹੈਗਾ ਜੀ। ਜਦ ਗਵਰਨਮੈਂਟ ਨੇ ਐਲੀ ਕੋਰਸ ਦਾ ਪ੍ਰੋਵੀਜ਼ਨ ਰੱਖੀ ਹੈ ਵੀ ਜਿਹਦੇ ਬੈਂਡ ਘੱਟ ਨੇ ਉਹ ਐਲੀ ਕੋਰਸ ਲਗਾ ਕੇ ਫਾਇਦਾ ਲਗਾ ਸਕਦਾ ਹੈ, ਜਦ ਗਵਰਨਮੈਂਟ ਨੇ ਹੀ ਪ੍ਰੋਵੀਜ਼ਨ ਰੱਖੀ ਹੈ, ਅਤੇ ਉੱਥੇ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਅਤੇ ਉਸ ਪ੍ਰੋਵੀਜ਼ਨ ਦੇ ਹਿਸਾਬ ਨਾਲ ਚੱਲਦੀਆਂ ਵੀ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਯੂਨੀਵਰਸਿਟੀਜ਼ ਵੀ ਹੈਗੀ ਉਹ ਵੀ ਅੱਧੇ ਬੈਂਡ ਤੋਂ ਦੇ ਹਿਸਾਬ ਨਾਲ ਹੀ ਚੱਲਦੀਆਂ, ਵੀ ਜਿਵੇਂ ਅਗਰ 6.5 ਬੈਂਡ ਚਾਹੀਦੇ ਨੇ, 6 ਤੋਂ ਘੱਟ ਨਹੀਂ ਹੋਣੇ ਚਾਹੀਦੇ ਨੇ, ਉਹ ਬੱਚਾ ਉਹਨਾਂ ਕੀ ਲੈਣਗੇ, ਜਿਵੇਂ ਵੀ ਉਹਦੇ ਓਵਰਆਲ 6 ਬੈਂਡ ਹੋਣ, 5.5 ਤੋਂ ਘੱਟ ਨਾ ਹੋਣ, ਵੀ ਅੱਧੇ ਬੈਂਡ ਦਾ ਜਿੱਥੇ ਵੀ ਫਰਕ ਪੈ ਰਿਹਾ, ਵੀ ਜ਼ਿਆਦਾ ਫਰਕ ਨਹੀਂ ਪੈ ਰਿਹਾ। ਜਿੱਥੇ ਅਗਰ ਰਿਕੁਆਇਰਮੈਂਟ 6.5 ਬੈਂਡ ਹੈ ਬੱਚੇ ਦੇ 5.5 ਹੈ, ਜਾਂ ਰਿਕੁਆਇਰਮੈਂਟ 6 ਬੈਂਡ ਹੈ ਬੱਚੇ ਦੇ 5 ਬੈਂਡ ਓਵਰਆਲ, ਐਡਮਿਸ਼ਨ ਹੀ ਨਹੀਂ ਆਉਂਦੀ ਹੈਗੀ, ਵੀ ਲਾਈਕ ਐਲੀ ਕੋਰਸ ਦਾ ਕੰਸੈਪਟ ਹੀ ਖਤਮ ਹੋ ਜਾਂਦਾ ਹੈ। ਵੀ ਗਵਰਨਮੈਂਟ ਇਹ ਕਹਿੰਦੇ ਵੀ ਅਗਰ ਇੱਕ ਪੁਆਇੰਟ ਜਿਵੇਂ ਇੱਕ ਪੁਆਇੰਟ ਦਾ ਮਤਲਬ ਵੀ ਅਗਰ 6 ਬੈਂਡ ਚਾਹੀਦੇ ਨੇ, 5.5 ਹੈ ਬੱਚੇ ਦੇ, ਅਗਰ 6.5 ਚਾਹੀਦੇ ਨੇ, 6 ਹੈ ਬੈਂਡ ਬੱਚੇ ਦੇ, ਵੀ ਜਿਹੜਾ ਇਹ ਲਾਈਕ ਪੁਆਇੰਟ ਇੱਕ ਹੈ ਬਟ ਅੱਧਾ ਬੈਂਡ ਦਾ ਫਰਕ ਰਹਿ ਜਾਂਦਾ ਹੈ, ਵੀ ਅੱਧੇ ਬੈਂਡ ਦੇ ਫਰਕ ਨਾਲ ਹੀ ਐਲੀ ਕੋਰਸ ਲਗਾ ਕੇ ਤੁਸੀਂ ਫਾਈਲ ਲਗਾਉਂਦੇ ਹੋ ਤਾਂ ਵੀਜ਼ਾ 'ਚ ਕੋਈ ਪ੍ਰੋਬਲਮ ਨਹੀਂ। ਅਗਰ ਅੱਧੇ ਬੈਂਡ ਤੋਂ ਵੱਧ ਦਾ ਫਰਕ ਹੈ ਜਿਹਦੇ 'ਚ ਐਲੀ ਕੋਰਸ ਤੁਹਾਡਾ 20-25 ਹਫ਼ਤੇ ਦਾ ਲੱਗ ਰਿਹਾ, ਉਹਦੇ ਵਿੱਚ ਫਾਇਦਾ ਲਗਾਉਣ ਦਾ ਕੋਈ ਸਮਝਦਾਰੀ ਨਹੀਂ ਹੈਗੀ, ਉਹਦੇ 'ਚ ਕੇਸ ਕਮਜ਼ੋਰ ਕਰਨ ਵਾਲੀ ਗੱਲ ਹੋ ਜਾਂਦੀ ਹੈ। ਬਟ ਵੀ ਐਲੀ ਕੋਰਸ ਦੇ ਨਾਲ ਫਾਇਦਾ ਲਗਾ ਕੇ ਅਗਰ ਲੈਵਲ 1 ਦੇ ਵਿੱਚ ਫਾਇਦਾ ਲਗਾ ਰਹੇ ਹੋ ਤਾਂ ਵੀਜ਼ਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈਗਾ, ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ। ਬਟ ਲੈਵਲ 2 ਦੇ ਵਿੱਚ ਕਈ ਯੂਨੀਵਰਸਿਟੀਆਂ ਆਉਂਦੀਆਂ, ਉਹ ਹਰ ਕਿਸੇ ਜਣੇ ਖਰੇ ਨੂੰ ਐਡਮਿਸ਼ਨ ਦੇ ਦਿੰਦੀਆਂ, ਪਰਸੈਂਟੇਜ 45% 'ਤੇ ਵੀ ਬੱਚੇ ਨੂੰ ਐਡਮਿਸ਼ਨ ਆ ਜਾਂਦੀ ਹੈ, ਐਲੀ ਕੋਰਸ ਵੀ ਦੇ ਦੇਣਗੀਆਂ ਜਿੰਨੀਆਂ ਮਰਜ਼ੀ ਦੇ ਦਿਓ ਤੁਸੀਂ, ਬਟ ਉਹਨਾਂ ਦੇ ਫਿਰ ਵੀਜ਼ੇ 'ਚ ਦਿੱਕਤ ਆਉਂਦੀ ਹੈ। ਠੀਕ ਹੈ ਸਰ, ਡਿਪਲੋਮੇ ਤੋਂ ਬਾਅਦ ਆਪਾਂ ਜਦੋਂ ਦੇਖਦੇ ਹਾਂ +2 ਤੋਂ ਬਾਅਦ ਸਟੂਡੈਂਟ ਡਿਪਲੋਮਾ ਲੈਂਦਾ ਵਾ, ਅਤੇ ਕਾਫੀ ਸਾਰੇ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਡਿਪਲੋਮੇ ਦੇ ਬੇਸ 'ਤੇ ਰਿਜੈਕਸ਼ਨ ਹੁੰਦੀ ਆ, ਉਹ ਕੀ ਕਾਰਨ ਆ ਕਿ ਡਿਪਲੋਮੇ ਦੇ ਬੇਸਿਸ 'ਤੇ? ਡਿਪਲੋਮੇ ਦਾ ਬੱਚਾ ਉਹੀ ਅਪਲਾਈ ਕਰੇ ਜਿਵੇਂ ਜਿਹਦਾ 1 ਸਾਲ ਤੋਂ ਵੱਧ ਗੈਪ ਨਾ ਹੋਏ ਪੜ੍ਹਾਈ 'ਚ। ਜਿਵੇਂ ਅੱਜ ਦੀ ਗੱਲ ਕਰੀਏ ਤਾਂ 2019 ਜਾਂ 2020 ਪਾਸ ਆਊਟ ਹੋਏ ਬੱਚਾ, ਅਤੇ ਜਿਹਦੇ 4 ਅਕੈਡਮਿਕ ਸਬਜੈਕਟ ਵਿੱਚ 60% ਤੋਂ ਵੱਧ ਨੰਬਰ ਹੋਣ, ਅਤੇ ਕੋਰਸ ਉਹ ਰੈਲੇਵੈਂਟ ਜਾ ਰਿਹਾ ਹੋਏ, ਵੀ ਟ੍ਰੇਡ ਕੋਰਸ ਨਾ ਜਾ ਰਿਹਾ ਹੋਵੇ, ਜਿਵੇਂ ਤੁਸੀਂ ਅਗਰ
ਆਪਾਂ ਗੱਲ ਕਰੀਏ ਵੀ ਜਿਵੇਂ ਆਟੋਮੋਟਿਵ ਦੀ ਗੱਲ ਕਰੀਏ, ਕਾਰਪੈਂਟਰੀ ਦੀ, ਕੁੱਕਰੀ ਦੀ ਗੱਲ ਕਰੀਏ, ਇਹਨਾਂ 'ਚ ਵੀਜ਼ਾ ਨਾ ਅਪਲਾਈ ਕਰੇ, ਇਹਨਾਂ 'ਚ ਵੀਜ਼ਾ ਨਹੀਂ ਆਉਂਦਾ ਹੈਗਾ। ਜੈਨਰਿਕ ਕੋਰਸ 'ਚ ਆਉਂਦਾ, ਬਿਜ਼ਨਸ ਦਾ, IT ਦਾ ਕੋਰਸ ਹੈ, ਮੈਨੇਜਮੈਂਟ ਦਾ ਕੋਰਸ ਆ ਗਿਆ, ਜਿਵੇਂ ਲਾਈਕ ਜਿਵੇਂ ਹੌਸਪੀਟੈਲਿਟੀ ਮੈਨੇਜਮੈਂਟ ਦਾ ਕੋਰਸ ਆ ਗਿਆ, ਇੱਕ ਕੁੱਕਰੀ ਆ ਜਾਂਦਾ, ਉਹ ਅਲੱਗ ਚੀਜ਼ ਹੈ। ਹੌਸਪੀਟੈਲਿਟੀ ਮੈਨੇਜਮੈਂਟ ਜਿਵੇਂ ਆਰਟਸ ਵਾਲੇ ਬੱਚੇ ਲੈ ਸਕਦੇ ਨੇ, ਮੈਡੀਕਲ ਵਾਲੇ ਬੱਚੇ ਹੈਲਥ ਕੇਅਰ ਦਾ ਕੋਰਸ ਲੈ ਸਕਦੇ ਨੇ, ਡਿਪਲੋਮਾ ਲੈ ਸਕਦੇ ਨੇ। ਵੀ ਇਸ ਤਰੀਕੇ ਨਾਲ ਜਿਵੇਂ ਅਰਲੀ ਚਾਈਲਡਹੁੱਡ ਦਾ ਕੋਰਸ ਆ ਗਿਆ, ਕਮਿਊਨਿਟੀ ਵੈਲਫੇਅਰ ਦਾ ਕੋਰਸ ਆ ਗਿਆ, ਓਲਡ ਏਜ ਕੇਅਰ ਦਾ ਕੋਰਸ ਆ ਜਾਂਦਾ ਮੈਡੀਕਲ ਵਾਲੇ ਬੱਚਿਆਂ ਵਾਸਤੇ। ਵੀ ਅਗਰ 4 ਅਕੈਡਮਿਕ ਸਬਜੈਕਟ ਤੁਹਾਡੇ 60% ਨੰਬਰ ਹੈਗੇ ਨੇ, ਗੈਪ ਤੁਹਾਡਾ ਬਿਲਕੁਲ ਨਹੀਂ ਹੈਗਾ, 6 ਬੈਂਡ ਓਵਰਆਲ ਹੈ, 5.5 ਤੋਂ ਘੱਟ ਨਹੀਂ ਹੈਗੇ, ਅਤੇ ਨਾਲ ਇਸ ਤੋਂ ਇਲਾਵਾ ਘੱਟੋ ਘੱਟ ਤੁਹਾਡੇ 24-25 ਲੱਖ ਰੁਪਇਆ ਤੁਹਾਡੇ ਕੋਲ 3 ਮਹੀਨੇ ਪੁਰਾਣੇ ਹੈਗੇ ਨੇ, ਤਾਂ ਹੀ ਫਾਇਦਾ ਲਗਾ ਕੇ ਫਾਇਦਾ ਹੈਗਾ ਡਿਪਲੋਮੇ ਦੀ। ਅਦਰਵਾਈਜ਼ ਡਿਪਲੋਮੇ 'ਚ ਵੀਜ਼ਾ ਸਕਸੈਸ ਰੇਟ, ਜਿਵੇਂ ਤੁਸੀਂ ਓਵਰਆਲ ਸਕਸੈਸ ਰੇਟ ਦੀ ਗੱਲ ਕਰੀਏ ਵੀ 10 ਵਿੱਚੋਂ 1 ਜਾਂ 1.5 ਵੀਜ਼ਾ ਹੀ ਆਉਂਦਾ, ਵੀ 20 ਵਿੱਚੋਂ 2 ਜਾਂ 3 ਵੀਜ਼ੇ ਆਉਣਗੇ, ਇਸ ਤੋਂ ਵੱਧ ਨਹੀਂ ਆਉਂਦੇ। ਹੁਣ ਇਹੀ ਕੇਸ ਨੂੰ ਅਗਰ ਓਵਰਆਲ 60% ਹੈ ਬੱਚੇ ਦੇ, ਵੀ ਅਕੈਡਮਿਕ ਵੀ 4 ਅਕੈਡਮਿਕ ਸਬਜੈਕਟ ਦਾ ਕੋਈ ਚੱਕਰ ਨਹੀਂ ਹੈਗਾ, ਵੀ ਓਵਰਆਲ ਜਿਹੜੇ ਹੈਗੇ ਨੇ ਬੈਂਡ ਵੀ ਜਿਹੜੇ ਬੱਚੇ ਦੇ ਸਬਜੈਕਟ ਵੀ ਓਵਰਆਲ ਮਾਰਕਸ ਜਿਹੜੇ ਹੈਗੇ ਨੇ ਉਹ 60% ਓਵਰਆਲ ਨੇ, ਆਰਟਸ, ਕਾਮਰਸ, ਮੈਡੀਕਲ, ਨੋਨ ਮੈਡੀਕਲ, ਕੁਝ ਵੀ ਹੋ, ਕੋਈ ਦਿੱਕਤ ਨਹੀਂ। 6 ਬੈਂਡ ਹੋਣ, 5.5 ਤੋਂ ਘੱਟ ਨਾ ਹੋਣ, ਫੰਡਸ ਨਵੇਂ ਹੋਣ, ਪੁਰਾਣੇ ਨੂੰ ਕੋਈ ਦਿੱਕਤ ਨਹੀਂ। ਫਿਰ ਐਸੇ ਬੱਚੇ ਨੂੰ ਅਪਲਾਈ ਕਰਨਾ ਚਾਹੀਦਾ ਯੂਨੀਵਰਸਿਟੀ ਦੇ ਵਿੱਚ। ਯੂਨੀਵਰਸਿਟੀ ਦਾ ਅਗਰ ਅਸੀਂ ਬੈਚਲਰ ਡਿਗਰੀ 'ਚ ਅਪਲਾਈ ਕਰਾ ਕੇ ਡਾਇਰੈਕਟ ਬੈਚਲਰ ਡਿਗਰੀ 'ਚ ਅਪਲਾਈ ਕਰਾਉਂਦੇ ਹਾਂ ਅਤੇ ਉਹਦੇ ਵਿੱਚ ਵੀਜ਼ਾ ਆਰਾਮ ਨਾਲ ਆ ਜਾਂਦਾ, ਉਹਦੇ ਵਿੱਚ ਦਿੱਕਤ ਨਹੀਂ ਆਉਂਦੀ ਹੈਗੀ ਵੀਜ਼ਾ ਲੱਗਣ 'ਚ। ਇਸ ਕਰਕੇ ਡਿਪੈਂਡ ਕਰਦਾ ਵੀ ਫਾਈਲ ਅਗਰ ਤੁਹਾਡੀ ਕਮਜ਼ੋਰ ਹੈਗੀ ਹੈ ਫਿਰ ਤੁਹਾਨੂੰ ਬੈਚਲਰ 'ਚ ਕਰਨ ਦੀ ਲੋੜ ਹੈ। ਅਗਰ ਫਾਈਲ ਤੁਹਾਡੀ ਸਟਰੋਂਗ ਹੈ, ਤੁਹਾਡੀ ਡਾਕੂਮੈਂਟੇਸ਼ਨ, ਤੁਹਾਡੀ +2 ਦਾ ਸਰਟੀਫਿਕੇਟ ਬਹੁਤ ਸਟਰੋਂਗ ਹੈ, ਫਿਰ ਤੁਸੀਂ ਡਿਪਲੋਮੇ 'ਚ ਲਗਾ ਦਿਓ, ਕੋਈ ਦਿੱਕਤ ਨਹੀਂ, ਵੀਜ਼ਾ ਆ ਜਾਏਗਾ ਤੁਹਾਡਾ। ਠੀਕ ਹੈ ਸਰ, ਜਿਹੜੇ ਸਟੂਡੈਂਟਸ ਨੇ ਡਿਪਲੋਮਾ ਲੀਡਿੰਗ ਟੂ ਡਿਗਰੀ ਵਿੱਚ ਫਾਈਲ ਲਗਾਉਂਦੇ ਆ, ਉਹ ਐਲੀ ਤੋਂ ਬਚਣ ਦੇ ਮਾਰੇ ਹੀ ਉਹ D2D ਵਿੱਚ ਅਪਲਾਈ ਕਰ ਦਿੰਦੇ। D2D ਦੇ ਵਿੱਚ ਵੀਜ਼ਾ ਸਕਸੈਸ ਰੇਟ ਕੀ ਹੈ? ਦੇਖੋ D2D 'ਚ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ, ਕੋਈ ਦਿੱਕਤ ਨਹੀਂ। ਉਹਦਾ ਕਾਰਨ ਇਹ ਹੈ ਵੀ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ D2D ਦੀ ਆਫਰ ਇਸ਼ੂ ਕਰ ਰਹੀਆਂ ਅੱਜ ਦੀ ਡੇਟ 'ਚ, ਵੀ ਉਹੀ ਆਪਣਾ ਹੀ ਡਿਪਲੋਮਾ ਕਰਵਾ ਰਹੀਆਂ 1 ਸਾਲ ਦਾ, ਉਸ ਤੋਂ ਬਾਅਦ ਲੀਡਿੰਗ ਟੂ 2 ਸਾਲ ਦੀ ਡਿਗਰੀ ਕਰਵਾ ਰਹੀਆਂ। ਇਹਦੇ 'ਚ ਕੁਝ ਐਗਜ਼ਾਮਪਲ ਜਿਵੇਂ UTS ਹੈਗਾ, UTS ਇਨ ਸਰਚ ਦਾ ਡਿਪਲੋਮਾ ਹੁੰਦਾ, ਲੀਡਿੰਗ ਟੂ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ UTS। ਇਹਦੇ ਵਿੱਚ ਟੌਪ ਲੈਵਲ ਦੀ ਯੂਨੀਵਰਸਿਟੀ ਹੈ, ਲੈਵਲ 1 ਦੀ ਯੂਨੀਵਰਸਿਟੀ ਹੈ, ਤਾਂ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਕਿਉਂਕਿ ਯੂਨੀਵਰਸਿਟੀ ਪਿੱਛੇ ਬੈਕਅਪ ਦੇ ਰਹੀ ਹੈ ਵੀ ਇੱਕ ਲੈਵਲ 1 ਦੀ ਯੂਨੀਵਰਸਿਟੀ ਇੱਕ ਦੇ ਰਹੀ ਹੈ, ਉਹੀ ਡਿਪਲੋਮਾ ਕਰਾ ਰਹੀ ਹੈ, ਉਹੀ ਡਿਗਰੀ। ਐਵੇਂ ਗ੍ਰਿਫਿਥ ਯੂਨੀਵਰਸਿਟੀ ਕਰਾਉਂਦੀ ਹੈ, ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਕਰਾਉਂਦੀ ਹੈ, ਮੈਲਬਨ ਯੂਨੀਵਰਸਿਟੀ ਕਰਾਉਂਦੀ ਹੈ, ਯਾਨੀ ਕਿ ਆਲਮੋਸਟ ਸਾਰੀ ਯੂਨੀਵਰਸਿਟੀਆਂ ਕਰਵਾਉਂਦੀਆਂ, ਵੀ ਕੋਈ ਇੰਨਾ ਵੱਡਾ ਮੈਟਰ ਨਹੀਂ ਹੈਗਾ। ਬਟ ਅਗਰ ਬੱਚਾ D2D ਅਪਲਾਈ ਕਰਨਾ ਚਾਹੁੰਦਾ ਹੈ, ਤਾਂ ਮੈਂ ਤਾਂ ਇਹ ਕਹੂੰਗਾ ਵੀ ਜੇ ਤਾਂ ਅਕੈਡਮਿਕ ਦੇ ਇੰਨਾ ਸਟਰੋਂਗ ਨਹੀਂ ਹੈਗਾ ਜਾਂ ਬੈਂਡ ਕਿਤੇ ਘੱਟ ਹੈ ਫਿਰ ਹੀ ਅਪਲਾਈ ਕਰੇ, ਨਹੀਂ ਤਾਂ ਡਾਇਰੈਕਟ ਬੈਚਲਰ 'ਚ ਕਰੇ, ਕਿਉਂਕਿ ਉਹ ਆਸਾਨ ਰਹਿੰਦਾ ਹੈ। ਅਤੇ ਅਗਰ ਕੱਲ੍ਹ ਨੂੰ ਕੋਈ ਚੇਂਜ ਵੀ ਕਰਨਾ ਚਾਹੁੰਦਾ ਤਾਂ 1 ਸਮੈਸਟਰ ਤੋਂ ਬਾਅਦ ਬੱਚਾ, ਬੈਚਲਰ ਤੋਂ ਬਾਅਦ ਬੱਚਾ ਚੇਂਜ ਕਰ ਸਕਦਾ ਹੈ, ਕਿਸੇ ਪ੍ਰਾਈਵੇਟ ਕਾਲਜ 'ਚ ਵੀ ਬੈਚਲਰ ਅੱਗੇ ਕਰ ਸਕਦਾ ਹੈ, ਜਿਸ ਤੋਂ ਬਾਅਦ ਤੁਹਾਨੂੰ ਵੀ 3 ਸਾਲਾਂ ਤੋਂ ਬਾਅਦ ਵੀ ਘੱਟੋ ਘੱਟ 2 ਤੋਂ ਲੈ ਕੇ 4 ਸਾਲ ਦਾ ਵਰਕ ਪਰਮਿਟ ਬੱਚੇ ਨੂੰ ਮਿਲੇਗਾ। ਠੀਕ ਹੈ ਸਰ, ਆਸਟ੍ਰੇਲੀਆ ਵਿੱਚ ਆਪਾਂ ਦੇਖਦੇ ਹਾਂ ਕਿ ਆਪਾਂ ਅਗਰ ਯੂਨੀਵਰਸਿਟੀ ਵਿੱਚ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਡੈਫੀਨੇਟਲੀ ਵੀਜ਼ਾ ਆਉਂਦਾ ਵਾ, ਬਟ ਕਈ ਸਟੂਡੈਂਟਸ ਹੁੰਦੇ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਹੈ, ਜਾਂ ਘਰੇ ਕੋਈ ਗਾਈਡ ਕਰਨ ਵਾਲਾ ਨਹੀਂ, ਜਾਂ ਅੱਗੇ ਏਜੰਟ ਵੀ ਉਹਨਾਂ ਨੂੰ ਗਾਈਡ ਪ੍ਰੋਪਰਲੀ ਨਹੀਂ ਕਰਦੇ, ਉਹ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ। ਕਾਲਜ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਉਹਨਾਂ ਦਾ ਵੀਜ਼ਾ ਰਿਜੈਕਟ ਹੁੰਦਾ, ਉਹ ਕੀ ਕਾਰਨ ਆ ਕਿ ਕਾਲਜ ਵਿੱਚ ਉਹ ਵੀਜ਼ਾ ਰਿਜੈਕਟ ਹੁੰਦਾ ਉਹਨਾਂ ਦਾ? ਦੇਖੋ ਕਾਲਜ 'ਤੇ ਵੀਜ਼ੇ ਇਸ ਕਰਕੇ ਰਿਜੈਕਟ ਹੁੰਦੇ ਨੇ ਕਿਉਂਕਿ ਵੀ ਜਦੋਂ ਯੂਨੀਵਰਸਿਟੀ ਦੇ ਨਾਮ 'ਤੇ ਥੋੜ੍ਹੀ ਜਿਹੀ ਰਿਲੈਕਸੇਸ਼ਨ ਮਿਲਦੀ ਹੈ, ਕਿਉਂਕਿ ਗਵਰਨਮੈਂਟ ਯੂਨੀਵਰਸਿਟੀ ਹੈ, ਬੱਚਾ ਬੈਚਲਰ 'ਚ ਜਾ ਰਿਹਾ, ਉਹਦੀ ਜ਼ਰੂਰ ਰਿਲੈਕਸੇਸ਼ਨ ਮਿਲਣਗੀਆਂ। ਵੀ ਕਾਲਜਿਸ ਦਾ ਥੋੜ੍ਹਾ ਜਿਹਾ ਸਕਸੈਸ ਰੇਟ ਇਸ ਕਰਕੇ ਵੀ ਘੱਟਦਾ ਹੈ ਕਿਉਂਕਿ ਕਾਲਜਿਸ ਹਰ ਕਿਸੇ ਨੂੰ ਐਡਮਿਸ਼ਨ ਦੇ ਦਿੰਦੇ ਨੇ, ਉਹਨਾਂ ਦਾ ਓਵਰਆਲ ਜਿਵੇਂ ਵੀ ਰੈਪੂਟੇਸ਼ਨ ਉਵੇਂ ਹੁੰਦੀ ਹੈ ਵੀ ਠੀਕ ਹੈ ਵੀ ਵੀਜ਼ੇ ਉਹਨਾਂ ਦੇ ਆਉਂਦੇ ਵੀ ਹੈ, ਵੀ ਸਕਸੈਸ ਰੇਟ ਇੰਨਾ ਨਹੀਂ ਹੁੰਦਾ ਹੈਗਾ। ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਵਧੀਆ ਸਟੂਡੈਂਟ ਦਾ ਵੀ ਜਿਹੜਾ ਹੈਗਾ ਵੀ ਕਿਤੇ ਨਾ ਕਿਤੇ ਕੰਮ ਖਰਾਬ ਹੋ ਜਾਂਦਾ, ਵੀ ਰਿਜੈਕਸ਼ਨ ਬਣ ਜਾਂਦੀ ਹੈ, ਵੀ ਕਿਉਂਕਿ ਉਹ ਵੀ ਪਿਸਿਆ ਜਾਂਦਾ ਫ੍ਰੀ ਫੰਡ 'ਚ ਵੀ ਬਾਕੀਆਂ ਦੇ ਚੱਕਰ 'ਚ। ਇਸ ਕਰਕੇ ਵੀ ਕਾਲਜ ਦਾ ਫਾਈਲ ਤੁਸੀਂ ਲਗਾ ਰਹੇ ਹੋ ਤਾਂ ਫਿਰ ਇਹਦੇ ਵਿੱਚ ਇਹ ਜ਼ਰੂਰੀ ਹੈ ਵੀ ਜ਼ਿਆਦਾਤਰ ਕਾਲਜ ਲੈਵਲ 2 ਦੇ ਵਿੱਚ ਨੇ, ਤੁਹਾਡੇ ਕੋਲ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਫਾਈਨੈਂਸ਼ੀਅਲ ਡਾਕੂਮੈਂਟਸ ਹੋਣੇ ਚਾਹੀਦੇ ਨੇ, ਇਨਕਮ ਦੇ ਡਾਕੂਮੈਂਟਸ ਹੋਣੇ ਚਾਹੀਦੇ ਨੇ, ਗੈਪ ਬਿਲਕੁਲ ਨਹੀਂ ਹੋਣਾ ਚਾਹੀਦਾ, ਕੋਰਸ ਬਿਲਕੁਲ ਰੈਲੇਵੈਂਟ ਹੋਣਾ ਚਾਹੀਦਾ, ਵੀ ਜਿਹੜੀ ਪੜ੍ਹਾਈ 'ਚ ਤੁਸੀਂ ਪਹਿਲਾਂ ਕੀਤੀ ਹੈ ਉਹਦੇ ਰੈਲੇਵੈਂਸੀ, ਬੈਂਡ ਤੁਹਾਡੇ ਜੋ ਵੀ ਪੂਰੇ ਕੰਪਲੀਟ ਬੈਂਡ ਹੋਣੇ ਚਾਹੀਦੇ ਨੇ। ਵੀ ਅਗਰ ਤੁਸੀਂ ਐਜੀ ਕੋਰਸ ਤੁਹਾਡਾ ਹੈਗਾ, ਐਜੀ ਕੋਰਸ ਤੋਂ ਬਿਨਾਂ ਫਾਈਲ ਲਗਾਓ, ਅਗਰ ਤੁਸੀਂ ਪ੍ਰਾਈਵੇਟ ਕਾਲਜ 'ਚ ਲਗਾ ਰਹੇ ਹੋ, ਵੀ ਕਾਲਜ 'ਚ ਕਦੇ ਵੀ ਫਾਈਲ ਤੁਸੀਂ ਅਗਰ ਬੈਚਲਰ ਵਾਸਤੇ ਵੀ ਜਾ ਰਹੇ ਹੋ ਜਾਂ ਮਾਸਟਰ ਵਾਸਤੇ ਜਾ ਰਹੇ ਹੋ ਜਾਂ ਡਿਪਲੋਮਾ ਵਾਸਤੇ ਜਾ ਰਹੇ ਹੋ, ਕਦੇ ਵੀ ਐਜੀ ਕੋਰਸ ਦੇ ਨਾਲ ਲਗਾਓ, ਸਕਸੈਸ ਰੇਟ ਨਹੀਂ ਆਉਂਦਾ ਹੈਗਾ ਕਦੇ ਵੀ। ਠੀਕ ਹੈ ਸਰ, ਕਈ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਦੀ ਆਲਰੇਡੀ ਕਿਸੇ ਹੋਰ ਕੰਟਰੀ ਦੀ ਰਿਫਿਊਜ਼ਲ ਹੁੰਦੀ ਆ, ਲਾਈਕ ਆਸਟ੍ਰੇਲੀਆ 'ਚ ਉਹਨੇ ਅਪਲਾਈ ਕਰਨਾ, ਕੈਨੇਡਾ ਦੀ ਰਿਫਿਊਜ਼ਲ ਆ, UK ਦੀ ਰਿਫਿਊਜ਼ਲ ਆ, ਉਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਇਫੈਕਟ ਤਾਂ ਨਹੀਂ ਪੈਂਦਾ ਕਿ ਆਸਟ੍ਰੇਲੀਆ ਦੀ ਵੀ ਰਿਫਿਊਜ਼ਲ ਆ ਜਾਊਗੀ?
नहीं ऐसा कुछ नहीं है जी। ਆਸਟ੍ਰੇਲੀਆ ਦੀ ਅਗਰ ਤੁਹਾਡੀ ਰਿਫਿਊਜ਼ਲ ਹੈਗੀ ਹੈ ਟੂਰਿਸਟ ਵੀਜ਼ਾ ਦੀ ਹੈਗੀ ਹੈ ਫਿਰ ਤਾਂ ਅਗਰ ਮਾਈਲਡ ਰੀਜ਼ਨਸ ਹੈਗੇ ਨੇ ਕੋਈ ਇੰਨਾ ਵੱਡਾ ਕੋਈ ਕਾਰਨ ਨਹੀਂ ਸੀਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ। ਅਗਰ ਆਸਟ੍ਰੇਲੀਆ ਵੀਜ਼ਾ ਦੀ ਸਟੂਡੈਂਟ ਵੀਜ਼ਾ ਦੀ ਰਿਫਿਊਜ਼ਲ ਹੈ ਅਤੇ ਅਗਰ ਉਸ ਤੋਂ ਬਾਅਦ ਤੁਸੀਂ ਅੱਗੇ ਕੋਈ ਫਰਦਰ ਪੜ੍ਹਾਈ ਕਰ ਚੁੱਕੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਰਹੇ ਹੋ ਫਰਦਰ ਵੀ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਤੇ ਤੁਸੀਂ ਕਾਮਯਾਬ ਹੋ ਸਕਦੇ ਹੋ, ਤੁਸੀਂ ਵੀਜ਼ਾ ਲੈ ਸਕਦੇ ਹੋ। ਬਾਕੀ ਲਾਈਕ ਅਗਰ ਕਿਸੇ ਹੋਰ ਕੰਟਰੀ ਰਿਫਿਊਜ਼ਲ ਹੈ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੀ। ਆਸਟ੍ਰੇਲੀਆ ਉਹਨੂੰ ਟੈਕਨੀਕਲੀ ਕੋਈ ਫਰਕ ਵੀ ਨਹੀਂ ਪੈਣਾ ਚਾਹੀਦਾ ਕਿਉਂਕਿ ਹਰ ਕੰਟਰੀ ਦਾ ਆਪਣੇ ਰੂਲਸ ਹੈ, ਆਪਣੀ ਰੈਗੂਲੇਸ਼ਨ ਹੈ। ਇੱਕ ਬੱਚਾ ਆਸਟ੍ਰੇਲੀਆ 'ਚ ਨਹੀਂ ਐਲੀਜੀਬਲ ਹੈ ਉਹ ਕੈਨੇਡਾ 'ਚ ਐਲੀਜੀਬਲ ਹੈ, ਇੱਕ ਕੈਨੇਡਾ 'ਚ ਐਲੀਜੀਬਲ ਨਹੀਂ ਉਹ ਯੂਕੇ 'ਚ ਹੈ, ਯੂਕੇ 'ਚ ਜਿਹੜਾ ਐਲੀਜੀਬਲ ਨਹੀਂ ਉਹ ਆਸਟ੍ਰੇਲੀਆ 'ਚ ਐਲੀਜੀਬਲ ਹੈ। ਇਸ ਕਰਕੇ ਹਰ ਕੰਟਰੀ ਦਾ ਆਪਣਾ ਕ੍ਰਾਈਟੀਰੀਆ, ਇਹਦੇ ਵਿੱਚ ਕੋਈ ਇੰਨਾ ਵੱਡਾ ਮੈਟਰ ਵਾਲੀ ਗੱਲ ਨਹੀਂ ਹੈਗੀ। ਬਾਕੀ ਬੱਚੇ ਨੂੰ ਇਹ ਚੀਜ਼ ਦਾ ਧਿਆਨ ਦੇਣ ਦੀ ਲੋੜ ਹੈ ਵੀ ਕੋਰਸ ਜਿਹੜਾ ਹੈਗਾ ਪ੍ਰੋਗਰੈਸ਼ਨ 'ਚ ਹੋਵੇ, ਕੋਰਸ ਰੈਲੇਵੈਂਟ ਹੋਵੇ, ਗੈਪ ਐਕਸਪਲੇਨਡ ਹੋਣ, ਫਾਈਨੈਂਸ਼ੀਅਲ ਡਾਕੂਮੈਂਟ ਸਾਰੇ ਐਕਸਪਲੇਨਡ ਹੋਣ। ਬੈਂਡ ਬੱਚੇ ਦੇ ਅਗਰ ਘੱਟ ਵੀ ਹੈਗੇ ਅਤੇ ਅਗਰ 10 ਵੀ ਹਫ਼ਤੇ ਦਾ 10-12 ਹਫ਼ਤੇ ਤੱਕ ਦਾ ਐਲੀਕੋਸ ਹੈ ਤਾਂ ਵੀ ਕੋਈ ਦਿੱਕਤ ਨਹੀਂ, ਉਹਦੇ ਵਿੱਚ ਵੀਜ਼ਾ ਆ ਜਾਂਦਾ ਹੈ। ਅਤੇ ਬਾਕੀ ਹੋਰ ਵੀ ਸਿਰਫ ਇਟਸ ਨੋਟ ਜਸਟ ਅਬਾਊਟ ਵੀ ਪੁਰਾਣੀ ਰਿਜੈਕਸ਼ਨ ਦਾ ਮੈਟਰ ਹੈਗਾ ਵੀ ਆਸਟ੍ਰੇਲੀਆ ਰਿਜੈਕਸ਼ਨ ਦੇ ਕੋਈ ਵੀ ਕਾਰਨ ਹੋ ਸਕਦਾ, ਬਥੇਰੇ ਕਾਰਨ ਹੈਗੇ ਨੇ ਵੀ ਜਿਹਦੇ ਕਾਰਨ ਰਿਫਿਊਜ਼ਲ ਆ ਜਾਂਦੀ ਹੈ ਵੀ ਇਹ ਜਿਹੜੇ ਪੁਆਇੰਟਸ ਹੈ ਕੁਛ ਹੈ। ਅਤੇ ਮੇਰਾ ਕੰਮ ਇਹ ਹੁੰਦਾ ਵੀ ਜਿਹੜਾ ਮੈਂ ਕਿਸ ਤਰੀਕੇ ਨਾਲ ਕੇਸ ਨੂੰ ਦੇਖਦਾ ਵੀ ਮੈਂ ਇੱਕ ਪਰਟੀਕੂਲਰ ਪੁਆਇੰਟ ਲੱਭਦਾ ਕੇਸ ਦੇ ਵਿੱਚ ਵੀ ਇਹਦੇ ਵਿੱਚ ਵਧੀਆ ਪੁਆਇੰਟ ਕੀ ਹੈ। ਕਿਸੇ ਦੇ ਬੈਂਡ ਵਧੀਆ ਹੁੰਦੇ ਨੇ, ਕਿਸੇ ਦੇ ਪਰਸੈਂਟੇਜ ਵਧੀਆ ਹੁੰਦੇ ਨੇ, ਕਿਸੇ ਦੇ ਗੈਪ ਨਹੀਂ ਹੁੰਦਾ ਬਿਲਕੁਲ ਵੀ, ਜਾਂ ਕਿਸੇ ਕੋਲ ਫਾਈਨੈਂਸ਼ੀਅਲ ਡਾਕੂਮੈਂਟ ਸਟਰੋਂਗ ਹੁੰਦੇ ਨੇ। ਅਤੇ ਯਾਨੀ ਕਿ ਕਿਤੇ ਨਾ ਕਿਤੇ ਚਾਰਾਂ ਵਿੱਚੋਂ ਕਿਤੇ ਨਾ ਕਿਤੇ ਤਾਂ ਸਾਨੂੰ ਇੱਕ ਪੁਆਇੰਟ ਤਾਂ ਟੱਕਰੀ ਜਾਂਦਾ ਹੁੰਦਾ ਵੀ ਵਧੀਆ ਹੋਏ ਅਤੇ ਅਸੀਂ ਉਹਦੇ ਇਰਦ ਗਿਰਦ ਜਿਹਨੂੰ ਕਹਿੰਦੇ ਵੀ ਕੇਸ ਨੂੰ ਖੜਾ ਕਰਦੇ ਹਾਂ ਆਪਦਾ ਵੀ ਉਹਦੇ ਵਿੱਚ ਪਤਾ ਵੀ ਸੈੱਟ ਕਰਦੇ ਹਾਂ। ਜਿਵੇਂ ਅਗਰ ਗ੍ਰੈਜੂਏਸ਼ਨ ਅਗਰ ਬੱਚੇ ਦੀ ਹੈਗੀ ਹੈ ਅਤੇ ਪਰਸੈਂਟੇਜ ਬਹੁਤ ਵਧੀਆ ਹੈ, ਉੱਧਰ ਦੀ ਬੈਂਡ ਬੱਚੇ ਦੇ ਜਾਂ 5.5 ਲਗਾ ਲਓ ਜਾਂ ਆਇਲਸ ਨਹੀਂ ਵੀ ਕੀਤਾ ਅਤੇ ਅਸੀਂ ਜ਼ਬਰਦਸਤੀ ਯੂਨੀਵਰਸਿਟੀ ਆਇਲਸ ਦਾ ਵੇਵਰ ਵੀ ਦਵਾ ਸਕਦੇ ਹਾਂ ਕਿਉਂਕਿ ਪਰਸੈਂਟੇਜ ਅੱਛੀ ਹੈ, ਇੰਗਲਿਸ਼ ਮੀਡੀਅਮ 'ਚ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਉੱਧਰ ਅਸੀਂ ਕਵਰ ਕਰ ਦਿੰਦੇ ਹਾਂ। ਜਾਂ ਫਿਰ ਬੈਂਡ ਇੱਕ 6 ਹੈ, 2 'ਚ 5.5 ਹੈ ਅਤੇ ਐਲਜੀ ਲਗਾ ਕੇ ਵੀ ਅਸੀਂ ਕੇਸ ਲੈ ਦਿੰਦੇ ਹਾਂ। ਅਤੇ ਅਗਰ ਬਾਈ ਚਾਂਸ ਫੋਰ ਐਗਜ਼ਾਮਪਲ ਵੀ ਜਿਵੇਂ ਅੱਜ ਬੱਚੇ ਦਾ ਵੀਜ਼ਾ ਆਇਆ 6.5 ਬੈਂਡ ਸੀ ਬੱਚੇ ਦੇ, 52% ਨੰਬਰ ਦੀ 52% ਅਤੇ 7 ਸਾਲ ਦਾ ਗੈਪ ਸੀਗਾ ਬੱਚੇ ਦਾ। ਹੁਣ ਉਹਦੇ ਕੇਸ 'ਚ ਚੰਗੀ ਗੱਲ ਕੀ ਸੀਗੀ, ਕੁਛ ਨਹੀਂ ਸੀਗਾ, ਸਿਰਫ ਇੱਕ ਬੈਂਡ ਵਧੀਆ ਸੀਗੇ। ਉਹਦੇ ਨਾਲ ਅਸੀਂ ਕੀ ਕੀਤਾ ਵੀ ਇਹ ਦੇਖ ਕੇ ਵੀ ਕਿਹੜੀ ਯੂਨੀਵਰਸਿਟੀ ਲੈਵਲ ਬਣਦੀ ਹੈਗੀ ਹੈ ਜਿਹੜੀ 50% ਨੂੰ ਅਸੈਪਟ ਕਰਦੀ ਹੈ। ਅਸੀਂ ਰੱਬੀ ਜੀ ਯੂਨੀਵਰਸਿਟੀ ਜਿਹੜੀ ਅਸੈਪਟ ਕਰਦੀ ਹੈ ਉਹਦੇ ਵਿੱਚ ਅਸੀਂ ਫਾਈਲ ਲਗਾਈ, ਉਹਦੇ 'ਚ ਐਡਮਿਸ਼ਨ ਪਾਈ ਅਤੇ ਡਾਇਰੈਕਟ ਬੱਚੇ ਨੂੰ ਮਾਸਟਰ ਦੀ ਐਡਮਿਸ਼ਨ ਮਿਲ ਗਈ। ਗੈਪ ਅਸੈਪਟੇਬਿਲਿਟੀ ਅਸੀਂ ਬਣਾਈ, ਜਾ ਕੇ ਵੀਜ਼ਾ ਦੇਤਾ ਜੀ ਉਹਨੂੰ। ਜਿਹੜਾ ਬੱਚਾ ਮੇਰੇ ਖਿਆਲ ਸੇ ਸਾਰਾ ਪੰਜਾਬ ਘੁੰਮ ਚੁੱਕਿਆ ਸੀਗਾ ਵੀ ਕਹਿੰਦੇ ਤੇਰੇ ਪਰਸੈਂਟੇਜ ਬਹੁਤ ਘੱਟ ਹੈਗੀ ਹੈ, 7 ਸਾਲ ਦਾ ਤੇਰਾ ਗੈਪ ਹੈ ਵੀ ਬੈਂਡ ਦਾ ਕੀ ਕਰੇਗਾ ਵੀ ਤੇਰਾ ਵੀਜ਼ਾ ਨਹੀਂ ਆਉਣਾ ਹੈਗਾ। ਵੀਜ਼ਾ ਲੱਗ ਗਿਆ ਜੀ, ਅੱਜ ਲੱਗਿਆ ਵੀਜ਼ਾ, ਬੱਚੇ ਨੂੰ ਅਸੀਂ ਜਲਦੀ ਤੁਹਾਡੇ ਸਾਹਮਣੇ ਰੱਖਾਂਗੇ ਅਤੇ ਤੁਸੀਂ ਆਪ ਇੱਕ ਚੀਜ਼ ਦਾ ਕੁਐਸਚਨ ਤੁਸੀਂ ਲਾਈਕ ਤੁਸੀਂ ਦੇਖੋਗੇ ਬੱਚਾ ਕੀ ਜਵਾਬ ਦਿੰਦਾ ਅਤੇ ਹਰ ਚੀਜ਼ ਦਾ ਸੋਲਿਊਸ਼ਨ ਹੁੰਦਾ। ਉਹੀ ਗੱਲ ਹੈ ਵੀ ਕਈ ਵਾਰੀ ਸਾਡੇ ਕੋਲ ਕੇਸ ਆਉਂਦਾ ਵੀ ਗੈਪ ਬਿਲਕੁਲ ਨਹੀਂ ਹੈਗਾ ਅਤੇ ਬੈਂਡ ਵੀ ਠੀਕ ਹੈ, ਚਲੋ ਪਰਸੈਂਟੇਜ ਘੱਟ ਆ ਗਈ ਉਹ ਵੀ ਅਸੈਪਟ ਹੋ ਜਾਂਦਾ, ਉਹ ਫਿਰ ਟੌਪ ਲੈਵਲ ਦੀ ਯੂਨੀਵਰਸਿਟੀ D2D ਅਸੈਪਟ ਕਰ ਦਿੰਦੀ ਹੈ ਵੀ ਹਰ ਚੀਜ਼ ਦਾ ਸੋਲਿਊਸ਼ਨ ਹੁੰਦਾ। ਬਸ ਇੱਕ ਪੁਆਇੰਟ ਸਹੀ ਹੋਣਾ ਚਾਹੀਦਾ ਕੇਸ 'ਚ, ਇੱਕ ਪੁਆਇੰਟ ਵੀ ਮੈਨੂੰ ਸਹੀ ਟੱਕਰ ਗਿਆ ਤਾਂ ਮੈਂ ਵੀਜ਼ਾ ਨਹੀਂ ਛੱਡਦਾ ਹੈਗਾ, ਜੋ ਮਰਜ਼ੀ ਹੋ ਜਾਵੇ। ਮੇਰਾ ਕੰਮ ਉਹ ਨਹੀਂ ਹੈਗਾ ਵੀ ਫਾਈਲ ਆ ਗਈ ਜੀ ਤੁਹਾਡੇ ਕੋਲ, ਠੀਕ ਹੈ ਜੀ ਚਲੋ ਕੋਸ਼ਿਸ਼ ਕਰੋ ਵੀ ਜਿੰਨੀ ਹੋ ਸਕਦੀ ਹੈ। ਮੇਰਾ ਕੋਸ਼ਿਸ਼ਾਂ ਦਾ ਕੰਮ ਨਹੀਂ, ਮੈਂ ਤਾਂ ਰਿਜ਼ਲਟ ਦਿੰਦਾ ਬੱਚੇ ਨੂੰ ਅਤੇ ਮੇਰਾ ਉਹ ਕੰਮ ਨਹੀਂ ਰਹਿੰਦਾ ਵੀ ਮੈਂ ਤਾਂ ਆਪਦੀ ਤਰਫੋਂ ਵੀ ਜਿੰਨਾ ਵੀ ਬੈਸਟ ਟੂ ਬੈਸਟ ਕੀਤਾ ਜਾਂਦਾ ਉਹ ਕਰਕੇ ਚੱਲਦੇ ਹਾਂ ਤਾਂ ਕਿ ਓਨੈਸਟੀ ਨਾਲ ਅਤੇ ਇੱਕ ਵੀ ਧਿਆਨ ਨਾਲ ਤਰੀਕੇ ਦੇ ਨਾਲ ਦੇਖ ਕੇ ਵੀ ਬੱਚੇ ਦਾ ਵੀਜ਼ਾ ਦਿੱਤਾ ਜਾ ਸਕੇ। ਠੀਕ ਹੈ ਸਰ, ਜਿਹੜੇ ਸਟੂਡੈਂਟਸ ਮੈਰਿਡ ਹੁੰਦੇ ਆ ਉਹਨਾਂ ਦਾ ਕਿਤੇ ਨਾ ਕਿਤੇ ਵਹਿਮ ਹੁੰਦਾ ਵਾ, ਫੈਮਿਲੀ ਦਾ ਪ੍ਰੋਬਲਮ ਹੁੰਦਾ ਜਾਂ ਕੋਈ ਆਪਣੇ ਹੀ ਉਹਨਾਂ ਦੇ ਮਨ ਦੇ ਵਹਿਮ ਹੁੰਦੇ ਨੇ ਕਿ ਸਾਡਾ ਸ਼ਾਇਦ ਸਿੰਗਲ ਦੇ ਚਾਂਸਿਸ ਜ਼ਿਆਦਾ ਨੇ ਸਪਾਊਸ ਕੇਸ ਟੂ ਵੀਜ਼ਾ ਨਹੀਂ ਆਉਣਾ, ਵੀ ਰਿਫਿਊਜ਼ਲ ਨਾ ਜੇ। ਇਹਦੇ ਉੱਤੇ ਕੀ ਮਤਲਬ ਤੁਹਾਡਾ ਕਹਿਣਾ ਵਾ? ਦੇਖੋ ਇਹਦੇ ਵਿੱਚ ਇਹ ਹੈਗਾ ਵੀ ਅਗਰ ਸਪਾਊਸ ਕੇਸ ਅਪਲਾਈ ਕਰਨਾ ਚਾਹੁੰਦੇ ਨੇ ਅਤੇ ਅਗਰ ਪ੍ਰੋਫਾਈਲ ਮੇਨ ਐਪਲੀਕੈਂਟ ਦੀ ਠੀਕ ਹੈ ਵੀ ਅਗਰ ਠੀਕ ਵੀ ਪ੍ਰੋਫਾਈਲ ਐਵਰੇਜ ਪ੍ਰੋਫਾਈਲ ਵੀ ਆ, ਐਵਰੇਜ ਪ੍ਰੋਫਾਈਲ ਆਪਾਂ ਕਿਹਨੂੰ ਕਹਿੰਦੇ ਹਾਂ ਵੀ 50% ਨੰਬਰ ਹੈਗੇ ਨੇ ਓਵਰਆਲ, 6 ਬੈਂਡ ਹੈ, 5.5 ਤੋਂ ਘੱਟ ਨਹੀਂ, 1-2 ਸਾਲ ਦਾ ਗੈਪ ਹੈ, ਨਵੀਂ ਮੈਰਿਜ ਹੈ, ਸਪਾਊਸ ਦੀ ਗ੍ਰੈਜੂਏਸ਼ਨ ਨਹੀਂ, ਇੱਕ ਬਹੁਤ ਬੇਸਿਕ ਜੀ ਅਤੇ ਜਿਹਨੂੰ ਕਹਿੰਦੇ ਵੀ ਮਾੜੀ ਪ੍ਰੋਫਾਈਲ ਹੀ ਹੈ ਇਹ। ਅਤੇ ਅਗਰ ਇਹ ਜਿਹੀ ਵੀ ਪ੍ਰੋਫਾਈਲ ਆ ਜਾਏ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਵੀਜ਼ਾ ਲੈਣ 'ਚ, ਕੋਈ ਐਸੀ ਗੱਲ ਨਹੀਂ। ਹੁਣ ਸਪਾਊਸ ਦਾ ਵੀਜ਼ਾ ਕਿਵੇਂ ਬਣਦਾ ਹੈ? ਅਗਰ ਮੇਨ ਐਪਲੀਕੈਂਟ ਦਾ ਬਣਦਾ ਤਾਂ ਸਪਾਊਸ ਦਾ ਵੀਜ਼ਾ ਬਣਦਾ ਹੈ। ਮੇਨ ਐਪਲੀਕੈਂਟ ਦਾ ਵੀਜ਼ਾ ਨਹੀਂ ਬਣਦਾ ਤਾਂ ਸਪਾਊਸ ਨੇ ਬੇਸ਼ੱਕ PhD ਕਰ ਰੱਖੀ ਹੋਏ, ਬੇਸ਼ੱਕ ਉਹਦੀ 5 ਲੱਖ ਰੁਪਇਆ ਮਹੀਨਾ ਤਨਖਾਹ ਹੋਏ, ਬੇਸ਼ੱਕ 1 ਸਾਲ ਪੁਰਾਣੀ ਮੈਰਿਜ ਹੋ, ਕੁਛ ਵੀ ਜਿੰਨਾ ਮਰਜ਼ੀ ਵਧੀਆ ਸਪਾਊਸ ਦੀ ਪ੍ਰੋਫਾਈਲ ਹੋਏ, ਅਗਰ ਮੇਨ ਐਪਲੀਕੈਂਟ ਜਿਹੜਾ ਸਟੂਡੈਂਟ ਹੈ ਉਹਦੀ ਪ੍ਰੋਫਾਈਲ ਠੀਕ ਨਹੀਂ ਹੈ ਤਾਂ ਸਪਾਊਸ ਦਾ ਵੀਜ਼ਾ ਨਹੀਂ ਲੱਗਦਾ ਹੈਗਾ, ਕਿਉਂਕਿ ਦੋਨਾਂ ਦਾ ਹੀ ਨਹੀਂ ਲੱਗਣਾ, ਕਿਉਂਕਿ ਲੱਗੇਗਾ ਤਾਂ ਦੋਨਾਂ ਦਾ ਲੱਗੇਗਾ, ਨਹੀਂ ਤਾਂ ਕਿਸੇ ਦਾ ਨਹੀਂ। ਅਤੇ ਵੀਜ਼ਾ ਲੱਗਦਾ ਸਟੂਡੈਂਟ ਦੀ ਪ੍ਰੋਫਾਈਲ 'ਤੇ, ਸਪਾਊਸ ਦੀ ਪ੍ਰੋਫਾਈਲ 'ਤੇ ਨਹੀਂ ਲੱਗਦਾ। ਇਸ ਕਰਕੇ ਅਗਰ ਮੇਨ ਐਪਲੀਕੈਂਟ ਦਾ ਵੀਜ਼ਾ ਬਣਦਾ ਹੈ ਉਹਨਾਂ ਦਾ ਕੇਸ ਠੀਕ ਹੈਗਾ ਅਤੇ ਅਗਰ ਉਹਨਾਂ ਦਾ ਕੇਸ ਦੇ ਬੇਸ 'ਤੇ ਸਪਾਊਸ
ਦਾ ਵੀਜ਼ਾ ਲੱਗਣਾ ਹੈ, ਸਿਰਫ ਜਿਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਦੇਖਣੀ ਹੈ ਵੀ ਮੈਰਿਜ ਹੋਈ ਕੀ ਹੈ ਕਿ ਨਹੀਂ ਹੈਗੀ, ਉਹਦੇ 'ਚ ਮੈਰਿਜ ਸਰਟੀਫਿਕੇਟ ਚਾਹੀਦਾ, ਇੱਕ ਪਾਸਪੋਰਟ ਹੋਣਾ ਚਾਹੀਦਾ। 2 ਚੀਜ਼ਾਂ ਬੱਚਾ ਪ੍ਰੋਵਾਈਡ ਕਰਾ ਦਿੰਦਾ ਹੈ। ਮੈਰਿਜ ਕੇਸ 'ਚ ਸਾਨੂੰ ਵੀ ਸਿੰਗਲ ਕੇਸ ਤੋਂ ਇਲਾਵਾ ਵੀ ਜਿਵੇਂ ਮੈਰਿਜ ਸਰਟੀਫਿਕੇਟ ਆ ਗਿਆ ਅਤੇ ਇੱਕ ਸਪਾਊਸ ਦਾ ਯਾਨੀ ਕਿ ਪਾਸਪੋਰਟ ਆ ਗਿਆ, ਅਗਰ ਇਹ 2 ਚੀਜ਼ਾਂ ਪ੍ਰੋਵਾਈਡ ਕਰਾ ਦਿੰਦੇ ਕੋਈ ਦਿੱਕਤ ਨਹੀਂ ਜੀ, ਆਰਾਮ ਨਾਲ ਸਪਾਊਸ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। ਬਾਕੀ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਕਿ ਸਪਾਊਸ ਕੇਸ ਨੂੰ ਲੈ ਕੇ ਵੀ ਕੋਈ ਦਿੱਕਤ ਨਹੀਂ ਆਉਂਦੀ। ਸਪਾਊਸ ਕੇਸ ਨੂੰ ਲੈ ਕੇ ਅਸੀਂ ਤਾਂ +2 ਸਪਾਊਸ ਕੇਸ, ਡਿਪਲੋਮੇ ਤੋਂ ਬਾਅਦ ਸਪਾਊਸ ਕੇਸ, ਬੈਚਲਰ ਤੋਂ ਬਾਅਦ, ਮਾਸਟਰ ਤੋਂ ਬਾਅਦ ਹਰ ਤਰੀਕੇ ਦੇ ਸਪਾਊਸ ਕੇਸ ਲੈ ਚੁੱਕੇ ਹਾਂ ਵੀ ਕਿਸੇ ਦੀ ਕੋਈ ਦਿੱਕਤ ਨਹੀਂ ਆਉਂਦੀ। ਬਾਕੀ ਇੱਕ ਦੋ ਚੀਜ਼ਾਂ ਦਾ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ ਵੀ ਰਿਜੈਕਸ਼ਨ ਦੇ ਕਾਰਨ ਜਿੱਥੇ ਬਣ ਜਾਂਦੇ ਨੇ ਵੀ ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਆ ਜਾਂਦਾ ਵੀ ਵਰਕ ਐਕਸਪੀਰੀਅੰਸ ਜਿਹੜਾ ਹੈਗਾ ਉਹਦੇ ਵਿੱਚ ਬੱਚਾ ਦੇ ਦਿੰਦਾ ਲਿਖਵਾ ਕੇ ਵੀ ਠੀਕ ਹੈ ਜੀ ਮੈंने ਇੰਨੀ ਦੇਰ ਤੋਂ ਇੰਨੀ ਦੇਰ ਤੱਕ ਕੰਮ ਕੀਤਾ ਅਤੇ ਇੰਨੀ ਸੈਲਰੀ ਸੀਗੀ, ਅਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਗਲਤੀਆਂ ਛੱਡ ਦਿੰਦੇ ਨੇ। ਜਿਵੇਂ ਹੁਣ ਪਿੱਛੇ ਜੇ ਆਇਆ ਸਾਡੇ ਕੋਲ ਕੇਸ, ਉਹਦੇ 'ਚ ਲਿਖਿਆ ਹੋਇਆ ਵੀ ਮਿਸ, ਜਿਵੇਂ ਫੋਰ ਐਗਜ਼ਾਮਪਲ ਵੀ ਅਮਨਦੀਪ ਨਾਮ ਹੈ ਕੁੜੀ, ਮਿਸ ਅਮਨਦੀਪ ਵਾਈਫ ਆਫ ਹਸਬੈਂਡ ਦਾ ਨਾਮ ਲਿਖਿਆ ਹੋਇਆ ਵੀ ਹੁਣ ਇਹ ਵਰਕ ਐਕਸਪੀਰੀਅੰਸ ਲੈਟਰ ਜਦ ਇੱਕ ਇੰਪਲੋਇਰ ਇਸ਼ੂ ਕਰ ਰਿਹਾ ਅਤੇ ਬੱਚਾ ਉਹਨੂੰ ਦੇਖ ਰਿਹਾ ਅਤੇ ਲੈ ਕੇ ਆ ਰਿਹਾ ਸਾਡੇ ਕੋਲ, ਅਤੇ ਤੁਸੀਂ ਆਪ ਐਕਸਪੈਕਟ ਕਰ ਸਕਦੇ ਹੋ ਵੀ ਅਗਰ ਅਸੀਂ ਧਿਆਨ ਨਾ ਦਈਏ ਤਾਂ ਉਹਦਾ ਕਿਆ ਵੀਜ਼ਾ ਆਉਣਾ ਵੀ ਇੱਧਰ ਦੇ ਪਾਸੇ ਮਿਸ ਲਿਖਤਾ ਅਤੇ ਉੱਧਰ ਦੇ ਪਾਸੇ ਵਾਈਫ ਆਫ ਕਰਤਾ ਵੀ ਦੇਖੋ ਕੰਟਰਾਡਿਕਟਰੀ ਹੈ। ਅਤੇ ਇੱਕ ਪੜ੍ਹੀ ਲਿਖੀ ਕੰਪਨੀ ਤੋਂ, ਕਿਸੇ ਬਹੁਤ ਵਧੀਆ ਕੰਪਨੀ ਤੋਂ ਉਹ ਲੈ ਕੇ ਆਏ ਸੀ ਵਰਕ ਐਕਸਪੀਰੀਅੰਸ ਲੈ ਕੇ ਵੀ ਦੇਖੋ ਅਗਰ ਇੰਨੀਆਂ ਚੀਜ਼ਾਂ ਦਾ ਵੀ ਅਗਰ ਬੱਚਾ ਧਿਆਨ ਨਹੀਂ ਦਿੰਦਾ ਹੈਗਾ ਜਾਂ ਫਿਰ ਇੰਪਲੋਇਰ ਧਿਆਨ ਨਹੀਂ ਦਿੰਦਾ ਅਤੇ ਅਗਰ ਏਜੰਟ ਵੀ ਅੱਗੇ ਧਿਆਨ ਨਹੀਂ ਦੇ ਤਾਂ ਤੁਸੀਂ ਆਪ ਹੀ ਐਕਸਪੈਕਟ ਕਰ ਸਕਦੇ ਹੋ ਐਮਬੈਸੀ ਨੇ ਕੀ ਵੀਜ਼ਾ ਦੇਣਾ, ਕਿਉਂਕਿ ਐਮਬੈਸੀ 'ਚ ਫਾਈਲ ਇੱਕ ਵਾਰੀ ਲੱਗਣੀ ਹੈ, ਚੱਜ ਨਾਲ ਲਾ ਦਿਓ ਵੀ ਉਹ ਕੰਮ ਨਾ ਹੋਵੇ ਵੀ ਫਾਹਾ ਵੱਢਣ ਦਾ ਕੰਮ ਨਹੀਂ ਹੋਣਾ ਚਾਹੀਦਾ ਹੈਗਾ। ਅਤੇ ਮੇਰਾ ਕੰਪਨੀ ਦਾ ਇਹ ਸੂਝ ਹੈ ਵੀ ਤਰੀਕੇ ਨਾਲ ਦੇਖ ਕੇ ਸਾਰਾ ਬਿਲਕੁਲ ਧਿਆਨ ਨਾਲ ਚੈੱਕ ਕਰਕੇ ਫਾਈਲ ਲਗਾਈਏ ਵੀ ਬਜਾਏ ਕਿ ਅਸੀਂ ਜਿਹਨੂੰ ਕਹਿੰਦੇ ਵੀ ਬਸ ਚੱਲਣ ਦੋ ਜਿਵੇਂ ਹੈਗਾ। ਹੁਣ ਐਸੀ ਕੇਸ ਸੀਗਾ, ਅਸੀਂ ਫਾਈਲ ਪੁੱਟ ਅਪ ਕਰਨੀ ਜਦ ਦੇਖਿਆ ਵੀ ਇੱਥੇ ਗੜਬੜ ਹੈਗੀ, ਅਸੀਂ ਉੱਥੇ ਰੁਕ ਗਏ, ਫਾਈਲ ਨੂੰ ਲੈ ਕੇ ਵੀ ਬੱਚੇ ਨੂੰ ਕਿਹਾ ਵੀ ਦੁਬਾਰਾ ਇਹਨੂੰ ਠੀਕ ਕਰਕੇ ਦਿਓ, ਅਤੇ ਅਗਰ ਬਿਨਾਂ ਧਿਆਨ ਦਿੱਤੇ ਫਾਈਲ ਲੱਗ ਜਾਂਦੀ ਤਾਂ ਬੱਚੇ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਮੈਂ ਤਾਂ ਕਹਿੰਦਾ ਅੱਜ ਕੱਲ੍ਹ ਪਿੱਛੇ ਤਾਂ ਕਾਫੀ ਜ਼ਿਆਦਾ ਹੋਇਆ ਵੀ ਵਰਕ ਐਕਸਪੀਰੀਅੰਸ 'ਤੇ ਫੋਨ ਕੀਤਾ ਜਾਂਦਾ ਵੀ ਬੱਚਾ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਅਗਰ ਛੱਡ ਚੁੱਕਿਆ ਤਾਂ ਫਿਰ ਵੀ ਕਦੋਂ ਛੱਡਿਆ ਹੈ ਅਤੇ ਕੀ ਜੋਬ ਡਿਊਟੀ ਸੀ। ਅਗਰ ਇੰਪਲੋਇਰ ਨੂੰ ਜਿਹੜਾ ਨੰਬਰ ਦਿੱਤਾ ਗਿਆ ਜਾਂ ਕੋਈ ਮੈਨੇਜਰ ਦਾ ਨੰਬਰ ਦਿੱਤਾ ਗਿਆ, ਅਗਰ ਉਹ ਇਹ ਕਹਿੰਦਾ ਮੈਨੂੰ ਪਤਾ ਨਹੀਂ ਜੀ ਜਾਂ ਮੈਨੂੰ ਨੌਲੇਜ ਨਹੀਂ ਜਾਂ ਨਹੀਂ ਕੀਤਾ ਕੰਮ ਜਾਂ ਕੁਛ ਵੀ ਆ, ਉੱਥੇ ਵੀ ਬੱਚੇ ਦਾ ਵੀਜ਼ਾ ਰਿਫਿਊਜ਼ ਹੋਏਗਾ ਹੀ ਹੋਏਗਾ। ਇਸ ਤੋਂ ਇਲਾਵਾ ਜਿਹੜੇ ਆ ਜਾਂਦੇ ਨੇ ਇੱਕ ਬਹੁਤ ਵੱਡਾ ਕਾਰਨ ਰਿਫਿਊਜ਼ਲ ਆਉਂਦਾ ਉਹ ਆਉਂਦਾ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਫਾਈਨੈਂਸ਼ੀਅਲ ਡਾਕੂਮੈਂਟ ਲੈਵਲ 2 ਦੇ ਵਿੱਚ ਜਦੋਂ ਫਾਈਲ ਜਾਂਦੀ ਹੈ ਅਤੇ ਫਾਈਨੈਂਸ਼ੀਅਲ ਡਾਕੂਮੈਂਟਸ ਨਾਲ ਅਟੈਚ ਹੁੰਦੇ ਨੇ ਅਤੇ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ। ਅਤੇ ਅਗਰ ਉਹ ਫੇਕ ਪਾਏ ਗਏ, ਜਿਵੇਂ ਕਈ ਵਾਰੀ ਕਿਆ ਹੁੰਦਾ ਵੀ ਏਜੰਟ ਦਾਦਾ ਨਾਨਾ ਬਣਾ ਕੇ ਲਾ ਦਿੰਦੇ ਨੇ ਫਾਈਲ ਨੂੰ, ਜਾਂ ਫਿਰ ਕਿਸੇ ਹੋਰ ਸੇਮ ਨਾਮ ਦੀ ਐਫ ਡੀ, ਪੇਰੈਂਟਸ ਦੇ ਨਾਮ 'ਤੇ ਗ੍ਰੈਂਡ ਪੇਰੈਂਟਸ ਨਾਮ ਦੀ ਸੇਮ ਨਾਮ ਦੀ ਐਫ ਡੀ ਲੱਭ ਕੇ ਲਾ ਦਿੰਦੇ ਨੇ, ਜਦ ਉਹ ਚੀਜ਼ਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਵੀਜ਼ਾ ਰਿਫਿਊਜ਼ ਹੁੰਦਾ ਹੀ ਹੁੰਦਾ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਅਤੇ ਲੈਵਲ 1 ਦੇ ਵਿੱਚ ਵੀ ਵੈਸੇ ਐਮਬੈਸੀ ਦੇ ਵਿੱਚ ਜਦੋਂ ਫਾਈਲ ਲੱਗਦੀ ਹੈ ਤਾਂ ਫਾਈਨੈਂਸ਼ੀਅਲ ਡਾਕੂਮੈਂਟ ਲਗਾਉਣ ਦੀ ਲੋੜ ਨਹੀਂ ਹੁੰਦੀ, ਸਿਰਫ ਇਨਫੋਰਮੇਸ਼ਨ ਭੇਜਣੀ ਹੁੰਦੀ ਹੈ। ਅਤੇ ਅਗਰ ਉਸ ਟਾਈਮ 'ਤੇ ਵੀ ਬੱਚਾ ਅਗਰ ਡਾਕੂਮੈਂਟ ਵੀ ਆਪਦੇ ਆਪ ਨੂੰ ਜਿਵੇਂ ਕਈ ਕੰਸਲਟੈਂਟ ਥੋੜ੍ਹੇ ਜਿਹੇ ਤੇਜ਼ ਬਣਨ ਦੀ ਕੋਸ਼ਿਸ਼ ਕਰਦੇ ਵੀ ਚਲੋ ਆਪਾਂ ਲਾ ਦਿੰਦੇ ਹਾਂ ਵੀ ਉਹਨਾਂ ਨੇ ਕਿਹੜਾ ਚੈੱਕ ਕਰਨਾ ਹੈ, ਬਟ ਪਿੱਛੇ ਸਾਡੇ ਕੋਲ ਇੱਕ ਕੇਸ ਆਇਆ ਜੀ, ਡਿਕਨ ਯੂਨੀਵਰਸਿਟੀ ਦਾ ਕੇਸ ਸੀ, ਲੈਵਲ 1 ਦੀ ਯੂਨੀਵਰਸਿਟੀ ਹੈ, ਬੱਚੇ ਦੇ ਡਾਕੂਮੈਂਟਸ ਫਾਈਨੈਂਸ਼ੀਅਲ ਡਾਕੂਮੈਂਟ ਫੇਕ ਹੋਣੇ ਹੈ, ਏਜੰਟ ਨੇ ਕਰਵਾ ਰੱਖੇ ਸੀਗੇ, ਅਤੇ ਜਦੋਂ ਫਾਈਲ ਲਗਾਈ ਉਹ ਏਜੰਟ ਆਪਦਾ ਜ਼ਿਆਦਾ ਹੁਸ਼ਿਆਰੀ ਦਿਖਾਉਂਦੇ ਨੇ ਵੀ ਜਾਓ ਜੀ ਕੋਈ ਦਿੱਕਤ ਨਹੀਂ, ਇਹਨਾਂ ਨੇ ਕਿਹੜਾ ਲੈਵਲ 1 ਦੀ ਯੂਨੀਵਰਸਿਟੀ ਕਿਹੜਾ ਵੈਰੀਫਾਈ ਕਰਨੇ ਡਾਕੂਮੈਂਟ, ਉਹਨਾਂ ਨੇ ਡਾਕੂਮੈਂਟ ਅਟੈਚ ਕਰਤੇ ਅਤੇ ਉਹ ਡਾਕੂਮੈਂਟੇਸ਼ਨ ਪਾਏ ਗਏ ਫੇਕ। ਬੱਚੇ ਦੀ ਪ੍ਰੋਫਾਈਲ ਸੀ 7.5 ਬੈਂਡ, ਬਹੁਤ ਦੀ ਪਰਫੈਕਟ ਕੇਸ ਸੀਗਾ ਜਿਹਨੂੰ ਕਹਿੰਦੇ ਆ ਵੀ ਬੱਚੇ ਦਾ ਰਿਫਿਊਜ਼ ਹੋ ਗਿਆ, ਇਹਨਾਂ ਦੇ ਬੈਨ ਲੱਗਿਆ 3 ਸਾਲਾਂ ਦਾ। ਸਾਡੇ ਕੋਲ ਆਏ ਜੀ ਕਹਿੰਦੇ ਜੀ ਦਵਾ ਦਿਓ ਵੀਜ਼ਾ, ਬੈਨ ਅਸੀਂ ਪਹਿਲਾਂ ਕਹਿੰਦੇ ਦਿਖਾਓ ਜੀ, ਫਾਈਲ ਖੋਲ੍ਹ ਕੇ ਚੈੱਕ ਕੀਤੀ 3 ਸਾਲ ਦਾ ਬੈਨ ਹੈ ਅਤੇ ਕੋਈ ਚਾਂਸ ਨਹੀਂ ਹੈਗਾ, ਯਾਨੀ ਕਿ ਟੈਕਨੀਕਲੀ ਆਸਟ੍ਰੇਲੀਆ ਦੁਬਾਰਾ ਵੀਜ਼ਾ ਨਹੀਂ ਦੇਗਾ। ਬੈਨ ਦੇ ਕੇਸ 'ਚ ਤਾਂ ਬਹੁਤ ਹੀ ਰੇਅਰ ਕੇਸ ਹੈ ਵੀ ਵੀਜ਼ਾ ਦੇ। ਹੁਣ ਐਸਾ ਕੇਸ ਕੀ ਕਰੇ, 7.5 ਬੈਂਡ ਲੈ ਕੇ ਕੁੜੀ ਦੇ 75% ਨੰਬਰ ਹੋਣ ਦੇ ਬਾਵਜੂਦ ਵੀ ਅਗਰ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਏ ਤਾਂ ਇਹ ਤਾਂ ਬਸ ਇਹੀ ਕਹਿ ਸਕਦੇ ਹਾਂ ਵੀ ਬਹੁਤ ਮਾੜੀ ਕਿਸਮਤ ਹੋਏਗੀ ਬੱਚੇ ਦੀ ਵੀ, ਜਿਹਦਾ ਕਿਉਂਕਿ ਐਸਾ ਕੰਸਲਟੈਂਟ ਉਹਨੂੰ ਮਿਲਿਆ ਜਿਹੜਾ ਫੇਕ ਫੰਡ ਪਹਿਲਾਂ ਤਾਂ ਪ੍ਰੋਵਾਈਡ ਕਰਾ ਰਿਹਾ ਯੂਨੀਵਰਸਿਟੀ ਨੂੰ, ਵੀ ਬਜਾਏ ਕਿ ਤੁਸੀਂ ਸਹੀ ਕੰਮ ਕਰਨਾ, ਅਕਾਊਂਟ ਖੋਲ੍ਹ ਕੇ ਪੈਸੇ ਪਾ ਦਿਓ ਘੱਟੋ ਘੱਟ ਵੀ ਨਵੇਂ ਫੰਡ ਵੀ ਤੁਸੀਂ ਚਲਾ ਸਕਦੇ ਹੋ, ਵੀ ਤੁਸੀਂ ਸੋਰਸ ਦਿਖਾ ਦਿਓ ਵੀ ਪੈਸੇ ਕਿੱਥੇ ਆਏ ਨੇ, ਉਹ ਆਸਾਨ ਕੰਮ ਹੈ। ਉਹਦੇ ਵਿੱਚ ਵੀ ਬਥੇਰੇ ਤਰੀਕੇ ਹੁੰਦੇ ਨੇ ਸ਼ੋਅ ਕਰਨ 'ਚ ਵੀ ਟੈਕਨੀਕਲੀ ਅਗਰ ਬੱਚੇ ਦੇ ਬ੍ਰੈਂਡ ਨਿਊ ਫੰਡ ਵੀ ਹੈਗੇ ਨੇ ਅਕਾਊਂਟ 'ਚ ਪਏ ਨੇ ਤਾਂ 100 ਰੁਪਏ, ਸਿਰਫ 100 ਰੁਪਏ ਖਰਚ ਕੇ ਬੱਚਾ ਪ੍ਰੂਵ ਕਰ ਸਕਦਾ ਵੀ ਮੇਰੇ ਫੰਡ ਵੀ ਸੋਰਸ ਦਿਖਾ ਸਕਦਾ ਵੀ ਕੋਈ ਵੱਡਾ ਮੈਟਰ ਨਹੀਂ ਹੈਗਾ ਇਸ ਚੀਜ਼ ਦਾ। ਬਟ ਜਦ ਏਜੰਟ ਸ਼ਾਰਟਕਟ ਮਾਰਦੇ ਨੇ, ਕਿਸੇ ਨੂੰ ਬਣਾਇਆ ਦਾਦਾ ਨਾ ਲਗਾ ਦੀ ਜੀ, ਪਹਿਲਾਂ ਯੂਨੀਵਰਸਿਟੀ ਨੂੰ ਭੇਜਦੇ ਡਾਕੂਮੈਂਟ, ਯੂਨੀਵਰਸਿਟੀ ਨੇ ਚਲੋ ਮੰਨ ਲਿਆ ਜੀ ਕਿਉਂਕਿ ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਹੁੰਦੇ ਚੈੱਕ ਕਰਨ ਦੇ, ਜਾਂ ਉਹੀ ਫਿਰ ਕੇ ਹੁਸ਼ਿਆਰੀ ਦਿਖਾਈ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਹੁਣ ਜਦ ਇੱਧਰ
ਇੱਧਰੋਂ ਤਾਂ ਨਿਕਲ ਹੀ ਗਏ, ਹੁਣ ਆਪਾਂ ਐਮਬੈਸੀ 'ਚ ਜਾ ਦਿੰਦੇ ਹਾਂ, ਹੋਰ ਕੀ ਸਟਰੋਂਗ ਹੋ ਜਾਏਗਾ ਵੀ। ਜਦ ਕਿ ਜ਼ੈਵਜ਼ ਬੰਦ ਯੂਨੀਵਰਸਿਟੀ ਦੇ ਵਿੱਚ ਫਾਈਲ ਜਦੋਂ ਐਮਬੈਸੀ 'ਚ ਜਾ ਰਹੀ ਹੈ, ਕੋਈ ਫਾਈਲ ਦੇ ਵਿੱਚ ਫਾਈਨੈਂਸ਼ੀਅਲ ਡਾਕੂਮੈਂਟ ਲਗਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਸੀਗੀ, ਬਟ ਉਹਨਾਂ ਨੇ ਲਗਾਏ ਜੀ, ਉਹਦੇ ਵੈਰੀਫਿਕੇਸ਼ਨ ਹੋਈ, 3 ਸਾਲ ਦਾ ਬੈਨ ਲੱਗ ਗਿਆ। ਇਸ ਕਰਕੇ ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ ਵਰਕ ਐਕਸਪੀਰੀਅੰਸ ਤੇ ਜਿਹੜਾ ਫਾਈਨੈਂਸ਼ੀਅਲ ਡਾਕੂਮੈਂਟਸ ਹੈ, ਕਿਉਂਕਿ ਲੈਵਲ 2 ਦੇ ਵਿੱਚ ਤਾਂ ਚੈੱਕ ਹੋਣੇ ਹੀ ਹੋਣੇ ਆ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ, ਤੇ ਬਿਨਾਂ ਵੈਰੀਫਿਕੇਸ਼ਨ ਦੇ ਵੀਜ਼ਾ ਨਹੀਂ ਆਉਣਾ ਹੈਗਾ। ਇਸ ਕਰਕੇ ਜਦ ਉੱਥੇ ਤੁਸੀਂ ਕਿਤੇ ਕਮੀ ਪਾਈ ਗਈ ਤੇ ਉੱਥੇ ਤੁਹਾਡਾ ਵੀਜ਼ਾ ਰਿਫਿਊਜ਼ ਹੋਣ ਦੇ ਪੂਰੇ ਚਾਂਸਸ ਹੈ। ਇਸ ਤੋਂ ਇਲਾਵਾ ਇੱਕ ਹੋਰ ਕਾਰਨ ਇਹ ਆ ਜਾਂਦਾ ਵੀ ਕਈ ਵਾਰੀ ਬੱਚੇ ਹਾਈਡ ਕਰਦੇ ਨੇ ਆਪਣੀ ਪੁਰਾਣੀ ਰਿਫਿਊਜ਼ਲ ਆਸਟ੍ਰੇਲੀਆ ਦੀ, ਫੋਰ ਐਗਜ਼ਾਮਪਲ ਵੀ ਕਿਸੇ ਦਾ ਸਟੂਡੈਂਟ ਵੀਜ਼ਾ ਦੇ ਰਿਫਿਊਜ਼ਲ ਹੈ। ਕਈ ਵਾਰੀ ਵੀ ਜਿਵੇਂ ਕੁੜੀ ਹੈਗੀ ਆ, ਉਹਦੇ ਕਿਸੇ +2 ਦੇ ਬੇਸ 'ਤੇ ਉਹਨੇ ਫਾਈਲ ਆਈ ਸੀ, ਉਹਨੇ ਜੀ ਆਪਣਾ ਵਿਆਹ ਹੋ ਗਿਆ ਜੀ, ਵਿਆਹ ਵਿੱਚ ਦੱਸਿਆ ਨਹੀਂ ਹੈਗਾ ਵੀ ਮੇਰੀ ਪੁਰਾਣੀ ਰਿਫਿਊਜ਼ਲ ਸੀਗੀ, ਤੇ ਹਸਬੈਂਡ ਨੂੰ ਵੀ ਨਹੀਂ ਪਤਾ। ਉਹ ਜਾਂਦੇ ਆ ਜੀ ਏਜੰਟ ਕੋਲ ਵੀ ਬੈਚਲਰ ਕਰਦੀ ਹੁਣ ਸਾਡੀ ਕੁੜੀ ਨੇ ਵੀ, ਠੀਕ ਹੈ ਜੀ ਸਾਡੀ ਫਾਈਲ ਲਾ ਦਿਓ, ਵੀ ਏਜੰਟ ਨੂੰ ਵੀ ਨਹੀਂ ਪੂਰੀ ਇਨਫੋਰਮੇਸ਼ਨ ਹੁੰਦੀ ਹੈਗੀ, ਏਜੰਟ ਲਾ ਦਿੰਦਾ ਫਾਈਲ ਨੂੰ, ਤੇ ਪਿੱਛੇ ਦੀ ਉਹਦੀ ਪੁਰਾਣੀ ਰਿਫਿਊਜ਼ਲ ਕੁੜੀ ਦੀ ਹੁੰਦੀ ਹੈ ਫੋਰ ਐਗਜ਼ਾਮਪਲ, ਜਾਂ ਮੁੰਡੇ ਦੀ ਵੀ ਹੋ ਸਕਦੀ ਹੈ ਚਲੋ। ਤੇ ਉਹ ਅਗਰ ਤੁਸੀਂ ਨਹੀਂ ਦੱਸਦੇ, ਬੇਸ਼ੱਕ ਰਿਫਿਊਜ਼ਲ ਹੋਈ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਸੀਂ ਕਹੋ ਵੀ ਰਿਫਿਊਜ਼ਲ ਹੋਈ ਹੈ ਸਾਡੀ, ਠੀਕ ਹੈ ਨਾ, ਕਿਦੋਂ ਹੋਈ ਸੀ, ਇਸ ਤਰੀਕ ਹੋਈ ਸੀ, ਬਾਕੀ ਡਿਟੇਲ ਕੁਝ ਪੁੱਛਦਾ ਤੁਸੀਂ ਕਹਿੰਦੇ ਜੀ ਮੇਰੇ ਕੋਲ ਜ਼ਿਆਦਾ ਇਨਫੋਰਮੇਸ਼ਨ ਨਹੀਂ, ਵੀ ਤੁਸੀਂ ਮੇਰੇ ਡਿਟੇਲ ਦੇ ਮੇਰੀ ਪਾਸਪੋਰਟ ਦੀ ਡਿਟੇਲ ਨਾਲ ਤੇ ਨਾਮ, ਡੇਟ ਆਫ ਬਰਥ ਨਾਲ ਤੁਸੀਂ ਵੀ ਲੋਕੇਟ ਕਰ ਸਕਦੇ ਵੀ ਮੇਰੇ ਕੋਲ ਜ਼ਿਆਦਾ ਅਗਰ ਨਹੀਂ ਇਨਫੋਰਮੇਸ਼ਨ, ਕੋਈ ਦਿੱਕਤ ਵਾਲੀ ਗੱਲ ਨਹੀਂ। ਬਟ ਤੁਸੀਂ ਉਹ ਕੁਐਸਚਨ ਪੁੱਛਦੇ ਨੇ ਵੀ ਤੁਸੀਂ ਆਸਟ੍ਰੇਲੀਆ ਦਾ ਪਹਿਲਾਂ ਤੁਸੀਂ ਜਾਂ ਤੁਹਾਡੇ ਹਸਬੈਂਡ ਨੇ ਕਦੇ ਫਾਈਲ ਆਸਟ੍ਰੇਲੀਆ ਦੀ ਪਹਿਲਾਂ ਅਪਲਾਈ ਕੀਤਾ ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਵੀ ਕਿਸੇ ਵੀ ਤਰੀਕੇ ਦਾ ਵੀਜ਼ਾ, ਜਦ ਤੁਸੀਂ ਉਹਨੂੰ ਕਾਗਜ਼ ਨੂੰ ਨੋ ਕਰਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ, ਜੋ ਮਰਜ਼ੀ ਹੋ ਜਾਏ। ਐਸੇ ਕੇਸਿਸ ਸਾਡੇ ਨਾਲ ਵੀ ਹੋਏ ਨੇ। ਹੁਣ ਇੱਕ ਕੇਸ ਆਇਆ ਸਾਡੇ ਕੋਲ, ਬੱਚੇ ਨੇ ਮਲੇਸ਼ੀਆ ਗਏ ਹੋਏ ਸੀਗੇ, ਉਹ ਉਹਨਾਂ ਦੇ ਕੋਈ ਰਹਿੰਦੇ ਸੀ ਉੱਥੇ ਮਲੇਸ਼ੀਆ, ਅਤੇ ਮਲੇਸ਼ੀਆ ਤੋਂ ਉਹਨਾਂ ਨੇ ਟੂਰਿਸਟ ਵੀਜ਼ਾ ਅਪਲਾਈ ਕਰਿਆ ਆਸਟ੍ਰੇਲੀਆ ਦਾ, ਨਹੀਂ ਲੱਗਿਆ, ਰਿਫਿਊਜ਼ਲ ਆ ਗਈ ਜੀ। ਅਸੀਂ ਇੱਕ ਬੱਚੇ ਨੂੰ ਜਦੋਂ ਅਸੀਂ ਫਾਈਲ ਲਗਾਉਂਦੇ ਹਾਂ ਐਮਬੈਸੀ ਦੇ ਵਿੱਚ, ਉਹਨੂੰ ਇੱਕ ਵਾਰੀ ਨਹੀਂ, ਅਸੀਂ 5 ਵਾਰੀ ਪੁੱਛਦੇ ਹਾਂ ਆਸਟ੍ਰੇਲੀਆ ਦੀ ਫਾਈਲ ਪਹਿਲਾਂ ਤਾਂ ਨਹੀਂ ਲਗਾਈ, ਦੱਸ ਦਿਓ। ਕਈ ਵਾਰੀ ਅਸੀਂ ਕਹਿੰਦੇ ਜੀ ਆਸਟ੍ਰੇਲੀਆ ਦੀ ਤੁਸੀਂ ਰਿਫਿਊਜ਼ਲ ਤਾਂ ਨਹੀਂ ਜੀ, ਰਿਫਿਊਜ਼ਲ ਨਹੀਂ ਹੈਗੀ। ਅਸੀਂ ਇੱਕ ਕੇਸ 'ਚ ਸੀਗਾ, ਬਲਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਬੱਚੇ ਨੂੰ ਪੁੱਛਿਆ ਰਿਫਿਊਜ਼ਲ ਤਾਂ ਨਹੀਂ, ਕਹਿੰਦਾ ਨਹੀਂ ਜੀ ਕੋਈ ਪੱਕੀ ਗੱਲ ਨਹੀਂ ਜੀ। ਅਸੀਂ ਦੁਬਾਰਾ ਪੁੱਛਿਆ ਤੁਸੀਂ ਆਸਟ੍ਰੇਲੀਆ ਦੀ ਫਾਈਲ ਕਦੇ ਜਮ੍ਹਾਂ ਤਾਂ ਨਹੀਂ ਕਰਾਈ ਹੈਗੀ, ਜਾਂ ਕਦੇ ਏਜੰਟ ਨੂੰ ਡਾਕੂਮੈਂਟ, ਹਾਂਜੀ ਦਿੱਤੇ ਸੀਗੇ ਜੀ। ਬੱਚਾ ਕਹਿੰਦਾ ਜੀ ਉਹ ਤਾਂ ਫਿਰ ਵੀਜ਼ਾ ਨਹੀਂ ਦਿੱਤਾ, ਬਟ ਰਿਫਿਊਜ਼ਲ ਤਾਂ ਨਹੀਂ ਹੈਗੀ। ਹੁਣ ਦੱਸੋ ਉਹਨਾਂ ਨੂੰ ਕੀ ਸਮਝਾਈਏ ਬੱਚੇ ਨੂੰ ਵੀ ਜੀ ਇਹ ਰਿਫਿਊਜ਼ਲ ਹੁੰਦੀ ਹੈ, ਵੀ ਬੱਚੇ ਦਾ ਫਾਈਲ ਐਮਬੈਸੀ 'ਚ ਲੱਗੀ ਹੈ, ਵੀਜ਼ਾ ਨਹੀਂ ਲੱਗਿਆ ਤਾਂ ਰਿਫਿਊਜ਼ਲ ਹੈਗੀ ਹੈ। ਅਤੇ ਉਹ ਬਾਈ ਚਾਂਸ ਸਾਡੇ, ਯਾਨੀ ਕਿ ਅਸੀਂ ਜਦ ਜ਼ਿਆਦਾ ਥੋੜ੍ਹਾ ਜਿਹਾ ਅੱਗੇ ਤਾਂ, ਕਿਉਂਕਿ 4-5 ਵਾਰੀ ਅਸੀਂ ਬੱਚੇ ਨੂੰ ਪੁੱਛਦੇ ਹਾਂ, ਅਤੇ ਵੀ ਹਸਬੈਂਡ ਨੂੰ ਵੀ ਪੁੱਛਦੇ ਹਾਂ, ਵਾਈਫ ਨੂੰ ਵੀ ਪੁੱਛਦੇ ਹਾਂ, ਅਤੇ ਹੋਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕਿਤੋਂ ਵੀ ਇਨਫੋਰਮੇਸ਼ਨ ਮਿਲ ਜਾਏ। ਬੱਚੇ ਨੂੰ ਇਹ ਵੀ ਕਹਿੰਦੇ ਹਾਂ ਵੀ ਕੋਈ ਗੱਲ ਨਹੀਂ, ਅਗਰ ਰਿਫਿਊਜ਼ਲ ਹੈ ਕੋਈ ਘਬਰਾਉਣ ਦੀ ਲੋੜ ਨਹੀਂ, ਤੁਸੀਂ ਸਾਨੂੰ ਕਲੀਅਰ ਕਰ ਦੱਸੋ। ਅਤੇ ਕਈ ਬੱਚੇ ਉਸ ਟਾਈਮ 'ਤੇ ਦੱਸ ਦਿੰਦੇ ਨੇ, ਅਤੇ ਅਸੀਂ ਘੁਮਾ ਫਿਰਾ ਕੇ ਗੱਲ ਪੁੱਛਦੇ ਹਾਂ, ਅਤੇ ਚਲੋ ਕੋਈ ਦਿੱਕਤ ਨਹੀਂ ਆਉਂਦੀ। ਬਟ ਕੁਝ ਕੇਸਿਸ 'ਚ, 1-2 ਕੇਸਿਸ ਨਾਲ ਸਾਡੇ ਨਾਲ ਐਵੇਂ ਹੋਇਆ ਵੀ ਇੱਕ ਮੁੰਡਾ ਸੀਗਾ, ਹਸਬੈਂਡ ਵਾਈਫ ਨੇ ਫਾਈਲ ਲਗਾ ਰਹੇ ਸੀ, ਮੁੰਡੇ ਨੇ ਕਿਸੇ ਆਪਦੇ ਦੋਸਤਾਂ ਨੂੰ ਟੂਰਿਸਟ ਵੀਜ਼ਾ ਵਾਸਤੇ ਡਾਕੂਮੈਂਟ ਦਿੱਤੇ ਹੋਏ ਸੀਗੇ, ਅਤੇ ਬੱਚੇ ਉਹਦਾ ਵੀਜ਼ਾ ਨਹੀਂ ਆਇਆ, ਉਹਨੇ ਨਾ ਉਹਨਾਂ ਦੇ ਦੋਸਤਾਂ ਨੇ ਬੱਚੇ ਨੂੰ ਦੱਸਿਆ ਵੀ ਰਿਫਿਊਜ਼ਲ ਜਿਹੜੀ ਹੈਗੀ ਹੈ ਤੁਹਾਡੀ ਵੀ ਹੋ ਗਈ ਹੈ। ਅਤੇ ਅਸੀਂ ਫਾਈਲ ਲਗਾਈ, ਅਤੇ ਐਮਬੈਸੀ ਕਹਿੰਦੀ ਜੀ ਤੁਸੀਂ ਤਾਂ ਇਹ ਬੱਚੇ ਨੇ ਵੀ ਪਹਿਲਾਂ ਰਿਫਿਊਜ਼ਲ ਸੀਗੀ ਮੁੰਡੇ ਦੀ, ਵੀ ਤੁਸੀਂ ਹਾਈਡ ਕੀਤੀ ਹੈ। ਅਤੇ ਅਸੀਂ ਕੁੜੀ ਨੂੰ ਪੁੱਛਿਆ ਜੀ ਤੁਹਾਡੇ ਹਸਬੈਂਡ ਦੀ ਰਿਫਿਊਜ਼ਲ, ਕਹਿੰਦੀ ਨਹੀਂ ਜੀ ਮੈਨੂੰ ਤਾਂ ਕੁਛ ਨਹੀਂ ਪਤਾ। ਮੁੰਡੇ ਨੂੰ ਪੁੱਛਿਆ, ਕੁਛ ਨਹੀਂ ਪਤਾ। ਅਸੀਂ ਉਹਨਾਂ ਨੂੰ ਡਿਟੇਲ ਦੇ ਦਿੱਤੀ ਵੀ ਇਸ ਤਰੀਕ ਨੂੰ ਤੁਹਾਡੀ ਫਾਈਲ ਲੱਗੀ ਹੈ, ਇਹ ਡੇਟਾਂ ਹੈਗੀਆਂ, ਟੂਰਿਸਟ ਵੀਜ਼ਾ ਦੀ ਫਾਈਲ ਐਂ ਕਰਕੇ। ਉਹਨੇ ਫਿਰ ਬੱਚੇ ਨੇ ਆਪਣੇ ਦੋਸਤਾਂ ਨੂੰ ਪੁੱਛਿਆ, ਕਹਿੰਦੇ ਜੀ ਹਾਂ ਉਹ ਲਾਈ ਸੀਗੀ, ਅਸੀਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀਗੇ ਵੀਜ਼ੇ ਦਾ, ਬਟ ਤੇਰਾ ਵੀਜ਼ਾ ਨੇ ਅਸੀਂ ਤੁਹਾਨੂੰ ਦੱਸਿਆ ਨਹੀਂ। ਵੀ ਉਹ ਕਹਿੰਦਾ ਯਾਰ ਦੱਸ ਤਾਂ ਦਿੰਦੇ ਘੱਟੋ ਘੱਟ, ਤੁਸੀਂ ਦੱਸਦੇ, ਮੈਂ ਆਪਦੇ ਕੰਸਲਟੈਂਟ ਦੱਸਦਾ, ਕੁਛ ਨਹੀਂ ਸੀਗਾ, ਸਿੰਪਲ ਜਿਹਾ ਵੀਜ਼ਾ ਸੀਗਾ, ਅਤੇ ਉਹਦੇ 'ਚ ਵੀਜ਼ਾ ਨਹੀਂ ਦਿੱਤਾ ਬੱਚੇ ਨੂੰ। ਅਤੇ ਜਿਹੜਾ ਮੈਂ ਮਲੇਸ਼ੀਆ ਵਾਲਾ ਤੁਹਾਨੂੰ ਪਹਿਲਾਂ ਦੱਸਿਆ, ਉਹਦੇ ਵਿੱਚ ਕੀ ਕੀਤਾ, ਐਮਬੈਸੀ ਨੇ ਬੱਚੇ ਨੂੰ ਫੋਨ ਕੀਤਾ ਵੀ ਠੀਕ ਹੈ, ਵੀ ਕਈ ਵਾਰੀ ਵੀਜ਼ਾ ਆਫਿਸ 'ਤੇ ਡਿਪੈਂਡ ਕਰਦਾ। ਬੱਚੇ ਨੂੰ ਪੁੱਛਿਆ ਵੀ ਤੁਸੀਂ ਪਹਿਲਾਂ ਆਸਟ੍ਰੇਲੀਆ ਦਾ ਫਾਈਲ ਲਗਾਈ ਸੀ, ਯੈਸ ਔਰ ਨੋ। ਬੱਚਾ ਕਹਿੰਦਾ ਹਾਂਜੀ ਮੈਂ ਲਗਾਈ ਸੀ, ਟੂਰਿਸਟ ਵੀਜ਼ਾ ਦੀ ਲਗਾਈ ਸੀ, ਅਤੇ ਉਹਨੇ ਸੱਚ ਦੱਸਤਾ ਉਸ ਟਾਈਮ 'ਤੇ, ਉਹਨੂੰ ਵੀਜ਼ਾ ਦੇ ਦਿੱਤਾ। ਅਤੇ ਇਸ ਕਰਕੇ ਵੀਜ਼ਾ ਆਫਿਸਰ 'ਤੇ ਵੀ ਡਿਪੈਂਡ ਕਰਦਾ ਹੈ। ਹੁਣ ਜਿਹੜਾ ਮੈਂ ਦੂਸਰਾ ਕੇਸ ਦੱਸਿਆ, ਜਿਹੜੇ ਦੋਸਤਾਂ ਨੇ ਫਾਈਲ ਲਗਾਈ ਸੀ, ਉਹਦੇ ਵਿੱਚ ਬੱਚੇ ਨੂੰ ਵੀ ਨਹੀਂ ਪਤਾ ਸੀ। ਅਗਰ ਬਾਈ ਚਾਂਸ ਉਸ ਬੱਚੇ ਨੂੰ ਫੋਨ ਕੀਤਾ ਜਾਂਦਾ, ਜਾਂ ਉਹਦੇ ਹਸਬੈਂਡ ਨੂੰ ਫੋਨ ਕੀਤਾ ਜਾਂਦਾ ਜੀ ਤੁਸੀਂ ਦੱਸ ਦਿਓ ਕਲੀਅਰ ਕੱਟ, ਉਹਨੂੰ ਆਪ ਨੂੰ ਹੀ ਨਹੀਂ ਪਤਾ ਸੀਗਾ, ਉਹਨੇ ਨਾ ਹੀ ਕਰਨਾ। ਅਤੇ ਇਹ ਨਾ ਨੂੰ ਐਮਬੈਸੀ ਐਵੇਂ ਨਹੀਂ ਐਕਸੈਪਟ ਕਰਦੀ ਵੀ ਬੱਚਾ ਕਹਿ ਦੇ ਜੀ ਉਹ ਗੁੱਡ ਇੰਟੈਂਸ਼ਨ 'ਚ ਵੀ ਉਹਨੂੰ ਨਹੀਂ ਪਤਾ ਸੀ ਜੈਨੂਇਨ ਦੀ, ਉਹ ਹੀ ਮੰਨਿਆ ਜਾਂਦਾ ਵੀ ਬੱਚੇ ਨੂੰ ਪਤਾ ਸੀ ਅਤੇ ਉਹ ਹਾਈਡ ਕਰ ਰਿਹਾ ਇਨਫੋਰਮੇਸ਼ਨ ਨੂੰ। ਅਤੇ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ ਰਿਫਿਊਜ਼ਲ ਦਾ ਵੀ, ਕਿਸੇ ਨਾ ਕਿਸੇ ਕਾਰਨ ਵੀ ਜਿਹੜਾ ਬੱਚਾ ਜਦੋਂ ਇਹ ਇਨਫੋਰਮੇਸ਼ਨ ਹਾਈਡ ਕਰਦਾ ਹੈ ਤਾਂ ਰਿਫਿਊਜ਼ਲ ਦੇ ਕਾਰਨ ਬਹੁਤ ਵੱਡੇ ਬਣ ਜਾਂਦੇ। ਇਹ ਕਾਫੀ ਮੇਜਰ ਕਾਰਨ ਨੇ ਜਿਹੜੇ ਆਪਾਂ ਡਿਸਕਸ ਕੀਤੇ ਨੇ। ਅਤੇ ਇਸ ਤੋਂ ਇਲਾਵਾ ਇਹ ਹੈ ਵੀ ਓਵਰਆਲ ਤੁਸੀਂ ਅਗਰ ਕੋਸ਼ਿਸ਼ ਕਰੋ ਲੈਵਲ 1 ਦੀ ਯੂਨੀਵਰਸਿਟੀ 'ਚ ਜਾਓ, ਕੋਰਸ ਰੈਲੇਵੈਂਟ ਲੈ ਕੇ ਚੱਲੋ। ਸਟੇਟਮੈਂਟ ਆਫ ਪਰਪਸ ਉਹਦੇ ਵਾਸਤੇ ਆਪਾਂ ਕੱਲ੍ਹ ਡਿਸਕਸ ਕਰਾਂਗੇ ਵੀ ਸਟੇਟਮੈਂਟ ਆਫ ਪਰਪਸ 'ਚ ਕੀ ਚੀਜ਼ਾਂ ਕਵਰ ਕਰਨੀਆਂ ਚਾਹੀਦੀਆਂ, ਅਤੇ ਉਹ ਨਾਲ ਆਪਾਂ ਲਾਈਕ ਪ੍ਰੋਪਰਲੀ ਲਗਾਈਏ, ਫਾਈਨੈਂਸ਼ੀਅਲ ਡਾਕੂਮੈਂਟ ਸਹੀ ਲਗਾਈਏ, ਅਤੇ ਇਨਕਮ ਦੇ ਡਾਕੂਮੈਂਟ ਸਹੀ ਲਗਾਈਏ, ਅਤੇ ਹਸਬੈਂਡ ਅਗਰ ਨਾ ਜਾ ਰਿਹਾ ਉਹਨਾਂ ਦੀ ਸਟੇਟਮੈਂਟ ਆਫ ਪਰਪਸ ਲਗਾਈਏ, ਅਤੇ
ਜਿਹੜੇ ਡਾਕੂਮੈਂਟੇਸ਼ਨ ਅਗਰ ਆਪਾਂ ਗੱਲ ਕਰੀਏ ਵੀ ਐਫੀਡੇਵਿਟ ਨਾਲ ਲੱਗਣੇ ਚਾਹੀਦੇ ਨੇ, ਫੈਮਿਲੀ ਦੇ ਇਨਕਮ ਦੇ ਡਾਕੂਮੈਂਟ ਲੱਗਣੇ ਚਾਹੀਦੇ ਨੇ, CA ਰਿਪੋਰਟ ਲੱਗਣੀ ਚਾਹੀਦੀ ਹੈ। ਇਹ ਸਾਰੇ ਡਾਕੂਮੈਂਟਸ ਅਗਰ ਆਪਾਂ ਸਹੀ ਤਰੀਕੇ ਨਾਲ ਲਗਾਉਂਦੇ ਹਾਂ ਤਾਂ ਵੀਜ਼ਾ ਦਾ ਜਿਹਨੂੰ ਕਹਿੰਦੇ ਆ ਵੀ ਕੋਈ ਕਾਰਨ ਹੀ ਨਹੀਂ ਬਣਦਾ ਰਿਜੈਕਟ ਹੋਣ ਦਾ, ਵੀ ਵੀਜ਼ਾ ਆਉਂਦਾ ਹੀ ਆਉਂਦਾ। ਵੀ ਹੁਣ ਤੁਸੀਂ ਆਪਾਂ ਸਵੇਰੇ ਵੀ ਮੈਂ ਲਾਈਵ ਹੋਇਆ ਸੀਗਾ, ਮੈਂ ਦਿਖਾਇਆ ਸੀਗਾ ਬੱਚਿਆਂ ਨੂੰ ਵੀ 11 ਵੀਜ਼ੇ ਅਸੀਂ ਟੋਟਲ ਦਿੱਤੇ ਨੇ ਜੀ, ਵੀ ਜਿਹੜੇ ਮੈਂ ਤੁਹਾਨੂੰ ਦਿਖਾ ਸਕਦਾ 11 ਬੱਚਿਆਂ ਦੇ ਅਸੀਂ ਵੀਜ਼ੇ ਦਿੱਤੇ ਨੇ ਪਿਛਲੇ 4 ਦਿਨਾਂ 'ਚ, ਵੀ 23 ਨੂੰ 24 ਨੂੰ 25 ਨੂੰ 23 24 27 ਤੇ 28 ਇੱਕ ਅਸੀਂ 11 ਵੀਜ਼ੇ ਲੈ ਚੁੱਕੇ ਹਾਂ ਬੱਚਿਆਂ ਦੇ। ਅਤੇ ਇੰਨੇ ਵੀਜ਼ੇ ਲੈਣੇ ਵੀ ਉਹ ਵੀ ਲੋਕਡਾਊਨ ਤੋਂ ਨਾਲ ਦੀ ਨਾਲ ਬਾਅਦ, ਅਤੇ ਯਾਨੀ ਕਿ ਕੋਈ ਆਸਾਨ ਕੰਮ ਨਹੀਂ ਹੈਗਾ। ਅਤੇ ਇਹਨਾਂ ਦੇ ਜ਼ਿਆਦਾਤਰ ਕੇਸਿਸ ਦੇ ਸਪਾਊਸ ਕੇਸ ਹੈ ਜਿਹਦੇ ਵਿੱਚ ਜਿਵੇਂ ਸਪਾਊਸ ਦੀ ਗ੍ਰੈਜੂਏਸ਼ਨ ਨਹੀਂ ਹੈਗੀ, ਜਾਂ ਜਿਹੜੇ ਮੈਰਿਜ 1 ਸਾਲ ਤੋਂ ਘੱਟ ਪੁਰਾਣੀ ਸੀਗੀ, ਵੀ ਜਾਂ ਐਲੀਵਾ ਦੇ ਵੀ ਬੱਚੇ ਹੈਗੇ ਨੇ, ਕੋਈ ਐਸੀ ਗੱਲ ਨਹੀਂ। ਹੁਣ ਜਿਹੜਾ 1-2 ਕੇਸ ਤੁਹਾਡੇ ਨਾਲ ਡਿਸਕਸ ਕੀਤੇ 52% ਬੱਚੇ ਦੇ ਨੰਬਰ ਸੀਗੇ। ਇੱਕ ਕੇਸ ਸੀਗਾ ਵੀ 2010 'ਚ ਬੱਚੇ ਦੀ 10ਵੀਂ ਸੀ, 2019 'ਚ 12ਵੀਂ ਸੀਗੀ, ਉਹਨਾਂ ਦਾ ਵੀ ਵੀਜ਼ਾ ਆਇਆ। ਅਤੇ ਵੀਜ਼ੇ ਯਾਨੀ ਕਿ ਸਾਰੇ ਹੀ ਆਏ ਨੇ, ਕੋਈ ਰਿਜੈਕਟ ਨਹੀਂ ਹੋਇਆ ਸਾਡਾ ਤਾਂ ਕੇਸ ਖੈਰ ਕੋਈ। ਅਤੇ ਬਾਕੀ ਸਾਡੀ ਕੰਪਨੀ ਬਹੁਤ ਘੱਟ ਕੰਪਨੀਆਂ 'ਚ ਹੈ, ਉਹਨਾਂ ਵਿੱਚ ਹੈ ਜਿਨ੍ਹਾਂ ਦੇ ਇੰਨੇ ਵਧੀਆ ਵੀਜ਼ੇ ਅਤੇ ਇੰਨੇ ਸ਼ੋਰਟ ਟਾਈਮ 'ਚ ਆਏ ਨੇ, ਅਤੇ ਜਿਹੜੇ ਸਾਨੂੰ ਇੱਕ ਪੋਜ਼ੀਟਿਵਿਟੀ ਦੇ ਰਹੇ ਨੇ, ਅਤੇ ਉਹ ਬੱਚਿਆਂ ਵਾਸਤੇ ਉਮੀਦ ਬਣਾ ਰਹੇ ਨੇ ਵੀ ਜਿਹੜੇ ਬੱਚੇ ਸਹੀ ਤਰੀਕੇ ਨਾਲ ਆਸਟ੍ਰੇਲੀਆ ਅਪਲਾਈ ਕਰਕੇ ਵੀਜ਼ਾ ਲੈਣਾ ਚਾਹੁੰਦੇ ਨੇ। ਅਤੇ ਸਪਾਊਸ ਕੇਸ ਦੀ ਖਾਸ ਕਰ ਗੱਲ ਕਹੂੰਗਾ ਵੀ ਅਗਰ ਤੁਸੀਂ +2 ਹੈਗੀ ਹੈ, ਤੁਹਾਡੇ ਵਾਈਫ ਨੇ +2 ਕੀਤੀ ਹੈ, ਡਿਪਲੋਮਾ ਕੀਤਾ ਹੈ, ਬੈਚਲਰ ਕੀਤੀ ਹੈ, ਮਾਸਟਰ ਕੀਤੀ ਹੈ, ਡਬਲ ਮਾਸਟਰਸ ਕੀਤੀ ਹੈ, ਡਬਲ ਮਾਸਟਰਸ ਬਾਅਦ ਵੀ ਕੋਈ B.Ed ਵਗੈਰਾ ਕੀਤੀ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਸਾਡੇ ਕੋਲੋਂ ਤੁਸੀਂ ਸਪਾਊਸ ਵੀਜ਼ਾ ਇਕੱਠਿਆਂ ਦਾ ਅਪਲਾਈ ਕਰ ਸਕਦੇ ਹੋ, ਕਿਉਂਕਿ ਅਗਰ ਬਾਅਦ 'ਚੋਂ ਅਪਲਾਈ ਕਰੋਗੇ ਘੱਟੋ ਘੱਟ 1.5 ਤੋਂ 2 ਸਾਲ ਦਾ ਪ੍ਰੋਬਲਮ ਆਏਗੀ ਤੁਹਾਨੂੰ। ਬਾਅਦ 'ਚੋਂ ਵੀਜ਼ੇ ਨਹੀਂ ਆਉਂਦੇ। ਤੁਸੀਂ ਕੋਈ ਵੀ ਆਪਣੇ ਦੋਸਤ ਰਿਸ਼ਤੇਦਾਰ ਜਾਣਕਾਰ ਬਾਹਰ ਬੈਠੇ ਨੇ ਉਹਨਾਂ ਨੂੰ ਪੁੱਛ ਵੀ ਸਕਦੇ ਹੋ ਵੀ ਕਿੰਨੀ ਦੇਰ ਹੋ ਗਈ ਸਪਾਊਸ ਨੂੰ ਬਾਅਦ 'ਚੋਂ ਫਾਈਲਾਂ ਆਈਆਂ ਨੂੰ, 1.5 2 ਸਾਲ ਲਾ ਕੇ ਵੀਜ਼ੇ ਰਿਜੈਕਟ ਹੋ ਰਹੇ ਨੇ ਬਹੁਤ ਜ਼ਿਆਦਾ। ਇਸ ਕਰਕੇ ਇਕੱਠਿਆਂ ਦੀ ਫਾਈਲ ਲਾਓ, ਇਕੱਠੇ ਦੇ ਇੱਕੋ ਟਾਈਮ 'ਤੇ ਫਾਈਲ ਲਗਾ ਕੇ ਵੀਜ਼ਾ ਲਓ, ਅਤੇ ਇਹ ਚੀਜ਼ ਤੁਹਾਡੇ ਲਈ ਹਮੇਸ਼ਾ ਫਾਇਦੇਮੰਦ ਰਹੇਗੀ। ਅਤੇ ਬਾਕੀ ਜਿਹੜੀ ਬਾਅਦ 'ਚੋਂ ਜਿਹੜੇ ਕਾਰਨ ਬਣਦੇ ਨੇ ਵੀ ਡਿਪੈਂਡੈਂਟ ਵੀਜ਼ਾ ਦੇ ਰਿਜੈਕਸ਼ਨ ਦੇ, ਵੀ ਉਹ ਬਿਨਾਂ ਕਿਸੇ ਕਾਰਨ ਰਿਜੈਕਟ ਕਰ ਦਿੰਦੇ ਨੇ। ਵੀ ਇਸ ਕਰਕੇ ਥੋੜ੍ਹਾ ਜਿਹਾ ਧਿਆਨ ਰੱਖੋ ਵੀ ਇਕੱਠਿਆਂ ਦੀ ਫਾਈਲ ਅਗਰ ਤੁਹਾਡੀ ਕੋਈ ਵੀ ਕੰਸਲਟੈਂਟ ਇੰਕਲੂਡਿੰਗ ਮੀ ਅਗਰ ਤੁਹਾਨੂੰ ਕਹਿੰਦਾ ਵੀ ਇਕੱਠਿਆਂ ਦੀ ਫਾਈਲ ਲੱਗ ਸਕਦੀ ਹੈ, ਇਕੱਠਿਆਂ ਦੀ ਲਵਾਓ, ਇਕੱਲਿਆਂ ਦੀ ਫਾਈਲ ਨਾ ਲਗਾਓ। ਹਾਂਜੀ ਸਰ, ਸਮ ਟਾਈਮ ਕੀ ਹੁੰਦਾ ਵਾ, ਬੱਚੇ ਦੀ ਪ੍ਰੋਫਾਈਲ ਵੀ ਅੱਛੀ ਆ, ਬੱਚੇ ਦੇ ਬੈਂਡ ਸਕੋਰ ਵੀ ਪੂਰੇ ਆ, ਬੱਚੇ ਨੇ ਯੂਨੀਵਰਸਿਟੀ ਵੀ ਠੀਕ ਲਿੱਤੀ ਆ, ਫਿਰ ਵੀ ਐਮਬੈਸੀ ਵੀਜ਼ਾ ਰਿਜੈਕਟ ਕਰ ਦਿੰਦੀ ਆ। ਉਹ ਬੱਚਾ ਕਿਤੇ ਨਾ ਕਿਤੇ ਆਪਾਂ ਨੂੰ ਵੀ ਲੱਗਦਾ ਕਿ ਇਹ ਫਾਈਲ ਰਿਜੈਕਟ ਨਹੀਂ ਹੋਣੀ ਚਾਹੀਦੀ ਸੀ। ਉਹ ਜਦੋਂ ਆਪਾਂ ਰੀਲਾਂਚ ਕਰਦੇ ਹਾਂ ਉਹਦੇ ਵਿੱਚ ਆਪਾਂ ਕਿਹੜੇ ਇੱਦਾਂ ਦੇ ਡਾਕੂਮੈਂਟਸ ਐਡ ਕਰਦੇ ਕਿ ਬੱਚੇ ਦਾ ਵੀਜ਼ਾ ਦੁਬਾਰਾ ਆ ਜਾਂਦਾ? ਦੇਖੋ, ਐਸੇ ਕੇਸਿਸ 'ਚ ਅਸੀਂ ਕੀ ਕੀਤਾ, ਅਸੀਂ ਜ਼ਿਆਦਾ ਨਹੀਂ ਮੈਂ ਕਹੂੰਗਾ ਕੋਈ 4 ਜਾਂ 5 ਵੀਜ਼ੇ ਅਸੀਂ ਦਿੱਤੇ ਨੇ, ਜਿਹਦੇ ਵਿੱਚ ਵੀ ਜਿਵੇਂ ਰਿਫਿਊਜ਼ ਹੋਇਆ ਕੇਸ, ਵੀ ਸਾਡੇ ਕੋਲ ਫੋਨ ਆਇਆ ਜੀ ਬੱਚੇ ਦਾ ਵੀ ਰਿਫਿਊਜ਼ਲ ਹੋ ਗਿਆ। ਅਸੀਂ ਕਹਿੰਦੇ ਜੀ ਰਿਫਿਊਜ਼ਲ ਲੈਟਰ ਸਾਨੂੰ ਵਿਦਿਨ ਜਿਵੇਂ ਰਿਜੈਕਟ ਹੋਣ ਦੇ ਅਗਰ 1 ਦਿਨ ਦੇ ਵਿੱਚ ਬੱਚਾ ਸਾਨੂੰ ਡਾਕੂਮੈਂਟ ਭੇਜ ਦਿੰਦਾ ਹੈ, ਅਤੇ ਅਸੀਂ ਯਾਨੀ ਕਿ 3-4 ਦਿਨਾਂ ਵਿੱਚ ਅਗਰ ਫਾਈਲ ਪੁੱਟ ਅਪ ਹੋ ਜਾਏ ਤਾਂ ਉਹੀ ਫਾਈਲ ਐਜ਼ ਇਟ ਇਜ਼ ਪੁੱਟ ਅਪ ਹੋ ਸਕਦੀ ਹੈ। ਵੀ ਜਿਹੜੀਆਂ ਕਮੀਆਂ ਕੰਪਨੀ ਯਾਨੀ ਕਿ ਇਮੀਗ੍ਰੇਸ਼ਨ ਨੇ ਕਹੀਆਂ ਵੀ ਇਹ ਕਮੀਆਂ ਦੇ ਕਾਰਨ ਅਸੀਂ ਤੁਹਾਡਾ ਰਿਫਿਊਜ਼ ਕਰ ਰਹੇ ਹਾਂ, ਅਗਰ ਉਹ ਕਮੀਆਂ ਅਸੀਂ ਪੂਰੀ ਕਰ ਦਈਏ। ਹੁਣ ਸਾਡੇ ਕੋਲ ਇੱਕ ਫਾਈਲ ਆਈ ਸੀ, ਮੈਕੁਆਰੀ ਯੂਨੀਵਰਸਿਟੀ ਦਾ ਕੇਸ ਸੀ, ਬਹੁਤ ਵਧੀਆ ਕੇਸ ਸੀਗਾ, ਸਪਾਊਸ ਕੇਸ ਸੀਗਾ। ਉਹਦੇ ਵਿੱਚ ਫਾਈਨੈਂਸ਼ੀਅਲ ਦੀ ਆਈ ਵੀ ਤੁਸੀਂ ਲਾਈਕ ਇਹ ਨਹੀਂ ਮੈਂਸ਼ਨ ਕੀਤਾ, ਤੁਸੀਂ ਇਨਕਮ ਨਹੀਂ ਮੈਂਸ਼ਨ ਕੀਤੀ, ਤੁਸੀਂ ਜੋਬ ਡਿਊਟੀਜ਼ ਨਹੀਂ ਮੈਂਸ਼ਨ ਕੀਤੀ, ਯਾਨੀ ਕਿ 3-4 ਚੀਜ਼ਾਂ ਉਹਦੇ ਆਈਆਂ। ਸਾਡੇ ਕੋਲ ਫੋਨ ਆਇਆ ਸੀ ਕਿ ਜੀ ਕੋਈ ਗੱਲ ਨਹੀਂ ਅਸੀਂ ਪੁੱਟ ਅਪ ਕਰ ਦਿੰਦੇ ਹਾਂ, ਵੀ ਐਮਬੈਸੀ ਫੀ ਤਾਂ ਲੱਗਣੀ ਹੈ ਖੈਰ ਦੁਬਾਰਾ। ਅਤੇ ਅਸੀਂ ਅਪਲਾਈ ਕੀਤਾ, ਸਾਰੀ ਚੀਜ਼ਾਂ ਕਵਰ ਕਰਦੀਆਂ, CA ਰਿਪੋਰਟ ਲਗਾਇਆ, ਉਹੀ ਬੱਚੇ ਦਾ 15 ਦਿਨਾਂ ਬਾਅਦ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਗਿਆ। ਵੀ ਉਹੀ ਸੇਮ ਯੂਨੀਵਰਸਿਟੀ, ਸੇਮ ਡਾਕੂਮੈਂਟ, ਸਿਰਫ ਸਟੇਟਮੈਂਟ ਪਰਪਸ ਅਸੀਂ ਸੈੱਟ ਕੀਤੀ, ਅਤੇ ਕੁਝ ਐਡੀਸ਼ਨਲ ਡਾਕੂਮੈਂਟ ਅਸੀਂ ਨਾਲ ਲਗਾਏ ਜੋ ਕਿ ਜੈਨਰਿਕ ਜਿਹੇ ਡਾਕੂਮੈਂਟ ਸੀ, ਕੋਈ ਖਾਸ ਗੱਲ ਨਹੀਂ ਸੀਗੀ, ਜੋ ਕਿ ਬੱਚੇ ਨੇ 1-2 ਦਿਨਾਂ 'ਚ ਬੱਚੇ ਨੇ ਤਿਆਰ ਕਰਕੇ ਦੇ ਦਿੱਤੇ ਸਾਨੂੰ, ਅਤੇ ਉਸੇ ਬੱਚੇ ਦਾ ਐਜ਼ ਇਟ ਇਜ਼ ਦਾ ਸੇਮ ਦਾ ਵੀਜ਼ਾ ਆ ਗਿਆ। ਅਤੇ ਐਂ ਕਰਕੇ 4 ਜਾਂ 5 ਵੀਜ਼ੇ ਅਸੀਂ ਅਪਰੋਕਸੀਮੇਟਲੀ ਲੈ ਚੁੱਕੇ ਨੇ, ਅਤੇ ਜ਼ਿਆਦਾ ਤਾਂ ਨਹੀਂ ਮੈਂ ਦਿੱਤੇ ਹੈਗੇ ਇਸ ਤਰੀਕੇ ਦੇ ਨਾਲ, ਵੀ ਜਿਹਦੇ ਰੀਸੈਂਟ ਰਿਜੈਕਸ਼ਨ ਸੀਗੀ ਅਤੇ ਸੇਮ COE ਦੇ ਉੱਤੇ ਸੇਮ ਡਾਕੂਮੈਂਟਸ 'ਤੇ ਅਸੀਂ ਦੁਬਾਰਾ ਰੀਸਰਚ ਕਰਕੇ ਵੀਜ਼ਾ ਦਿੱਤਾ ਹੈ। ਉਹ ਕਾਰਨ ਇਹੀ ਹੁੰਦਾ ਵੀ ਅਸੀਂ ਉਹਦੇ ਵਿੱਚੋਂ ਦੇਖ ਲੈਂਦੇ ਹਾਂ ਵੀ ਕੀ ਕਾਰਨ ਨਾਲ ਦੇ ਵਿੱਚ ਐਮਬੈਸੀ ਵੀਜ਼ਾ ਰਿਫਿਊਜ਼ ਕਰ ਰਹੀ ਹੈ, ਉਹਨੂੰ ਕਵਰ ਕਰਕੇ ਅਪਲਾਈ ਕਰ ਦੋ, ਵੀਜ਼ਾ ਗ੍ਰਾਂਟ ਕਰ ਦਿੱਤਾ ਜਾਂਦਾ ਹੈ। ਲੇਕਿਨ ਅਗਰ ਪਹਿਲੀ ਇੰਸਟੈਂਸ 'ਚ ਉਹ ਸਾਰਾ ਕੁਝ ਸਹੀ ਦਿੱਤਾ ਜਾਏ ਤਾਂ ਉਹਦੀ ਵਰਗੀ ਤਾਂ ਖੈਰ ਕੋਈ ਰੀਸ ਹੀ ਨਹੀਂ ਹੈਗੀ। ਬਿਲਕੁਲ ਠੀਕ ਹੈ ਸਰ, ਹੋਰ ਕਿਹੜੇ ਕਾਰਨ ਹੁੰਦੇ ਨੇ ਵੀਜ਼ਾ ਰਿਜੈਕਟ ਹੋਣ ਦੇ ਆਸਟ੍ਰੇਲੀਆ ਦੇ? ਦੇਖੋ ਜੀ, ਅਗਰ ਆਪਾਂ 100 ਗੱਲਾਂ ਦੀ ਇੱਕ ਗੱਲ ਕਰੀਏ ਵੀ ਇੱਕ ਛੋਟੀ ਜਿਹੀ ਗੱਲ ਦੇ ਵਿੱਚ ਨਿਬੇੜਨ ਵਾਲੀ ਗੱਲ ਹੀ ਹੈ। ਸਾਰਾ ਕਾਰਨ ਹੁੰਦਾ ਜੀ ਕੰਸਲਟੈਂਟ ਤੁਹਾਡਾ, ਉਹਦਾ ਧਿਆਨ ਇਹ ਚੀਜ਼ ਹੁੰਦਾ ਵੀ ਮੈਂ ਪੈਸੇ ਕਿਵੇਂ ਬਟਨੇ ਹੈ, ਵੀ ਠੀਕ ਹੈ ਬੱਚੇ ਨੂੰ ਘੁਮਾਉਂਦੇ ਆ ਜੀ ਕਿਸੇ ਨਾ ਕਿਸੇ ਨੇ ਕਿ ਤੁਹਾਡਾ ਗੈਪ ਹੈਗਾ ਜੀ, ਤੁਹਾਡਾ ਗੈਪ ਅਸੀਂ ਤਿਆਰ ਕਰਾਵਾਂਗੇ, ਜੋ ਜੀ 50,000 ਉਹਦਾ ਦੇ ਦਿਓ, ਫੰਡ ਸ਼ੋਅ ਕਰਾਂਗੇ 2 ਲੱਖ 2.5 ਲੱਖ ਸਾਨੂੰ ਉਹਦਾ ਦੇ ਦਿਓ। ਬੇਸ਼ੱਕ ਫੰਡ ਸਹੀ ਵੀ ਹੋਣ ਬੱਚਿਆਂ 'ਤੇ ਉਹਨਾਂ ਨੂੰ ਵੀ ਪੁੱਛ ਕੀਤਾ ਜਾਂਦਾ ਵੀ ਛੱਡੋ ਤੁਸੀਂ ਅਸੀਂ ਆਪਣੇ ਆਪ ਕਰਾਂਗੇ, ਜੋ ਕਿ ਜੈਨੂਨ ਨੂੰ ਤੋਂ ਵੀ ਫੇਕ ਹੋ ਜਾਂਦਾ ਕੰਮ। ਅਤੇ ਫਿਰ ਅਗਰ ਬੱਚੇ ਦੇ ਕਿਸੇ ਹੋਰ ਜਗ੍ਹਾ ਜਿਵੇਂ ਅਕੈਡਮਿਕ ਡਾਕੂਮੈਂਟਸ ਕੋਈ ਇਸ਼ੂ ਹੈ ਜਾਂ
ਸਪਾਊਸ ਦੀ ਡਾਕੂਮੈਂਟ, ਸਪਾਊਸ ਦੀ ਗ੍ਰੈਜੂਏਸ਼ਨ ਉਹਨੂੰ ਕਹਿ ਦਿੱਤਾ ਜਾਂਦਾ ਦਿਓ ਜੀ ਅਸੀਂ ਬਣਾ ਕੇ ਦੇਵਾਂਗੇ, ਤੁਹਾਡੀ ਮੈਰਿਜ ਅਸੀਂ ਪੁਰਾਣੀ ਕਰਾ ਦਿੰਦੇ ਹਾਂ, ਉਹਦੇ ਪੈਸੇ ਦੇ ਦਿਓ। ਵੀ ਅਗਰ ਕੰਸਲਟੈਂਟ ਇਸ ਚੀਜ਼ ਦਾ ਧਿਆਨ ਦੇ ਵੀ ਠੀਕ ਹੈ ਜਿਹੜੇ ਪੈਸੇ ਦੇਣੇ ਆ ਤੁਸੀਂ ਪਿੱਛੇ ਵੱਧ ਦੇ ਦਿਓ ਲੇਕਿਨ ਵੀਜ਼ਾ ਆਏ 'ਤੇ ਦੇਣੇ ਹੈ, ਅਤੇ ਅਗਰ ਉਹ ਕੰਡੀਸ਼ਨ ਨਾਲ ਕੰਮ ਕਰੇ ਤਾਂ ਉਹਦਾ ਮਜ਼ਾ ਹੀ ਕੁਛ ਹੋਰ ਹੈਗਾ। ਵੀ ਠੀਕ ਹੈ ਵੀ ਫੀਸ ਯੂਨੀਵਰਸਿਟੀ ਦੀ, ਗੌਰਮੈਂਟ ਯੂਨੀਵਰਸਿਟੀਆਂ ਠੀਕ ਹੈ ਸਾਰੇ ਫੀਸ ਆਪਦੀਆਂ ਪਹਿਲਾਂ ਦਿੰਦੀ ਹੈ, ਐਮਬੈਸੀ ਫੀ ਵੀ ਦੇਣੀ ਹੈ। ਬਾਕੀ ਜਿਹੜਾ ਵੀ ਕੰਸਲਟੈਂਟ ਤੁਹਾਡਾ ਆਫਟਰ ਵੀਜ਼ਾ ਪੇਮੈਂਟ ਲੈ ਕੇ ਕਰ ਰਿਹਾ ਅਤੇ ਉਹ ਤੁਹਾਡੇ 'ਤੇ ਮਿਹਨਤ ਕਰਨ ਦੀ ਉਮੀਦ ਹੈਗੀ ਹੈ ਵੀ ਮਿਹਨਤ ਕਰ ਦੇਗਾ, ਕਿਉਂਕਿ ਉਹਨੂੰ ਪਤਾ ਵੀ ਉਹਨੂੰ ਤਾਂ ਕੋਈ ਕਮਾਈ ਨਹੀਂ ਹੈਗੀ ਜਦ ਤੱਕ ਤੁਹਾਡਾ ਵੀਜ਼ਾ ਨਹੀਂ ਆਉਂਦਾ। ਅਤੇ ਸਾਡੀ ਕੰਪਨੀ ਉਸੇ ਤਰੀਕੇ ਨਾਲ ਕੰਮ ਕਰਦੀ ਹੈ ਜੀ, ਤੁਸੀਂ ਫੀਸ ਭਰੋ ਡਾਇਰੈਕਟ, ਸਿੱਧਾ ਡਾਇਰੈਕਟ ਆਪਦੀ ਯੂਨੀਵਰਸਿਟੀ ਨੂੰ ਫੀਸ ਭਰੋ ਆਪਦੇ ਬੈਂਕ ਰਾਹੀਂ, ਸਾਨੂੰ ਰਸੀਦ ਦਿਓ ਅਤੇ ਇੱਕ ਐਮਬੈਸੀ ਫੀ ਦਿਓ, ਬਾਕੀ ਸਾਰਾ ਜੋ ਵੀ ਖਰਚਾ ਹੋਏਗਾ ਤੁਸੀਂ ਆਫਟਰ ਵੀਜ਼ਾ ਪੇ ਕਰ ਸਕਦੇ ਹੋ। ਵੀ ਕਿਸੇ ਵੀ ਚੀਜ਼ ਦਾ ਕੋਈ ਪੈਸਾ ਨਹੀਂ ਦਿੰਦੇ, ਕੋਈ ਵੀ ਕਿਤੇ ਘੁਮਾ ਕੇ ਵੀ ਨਹੀਂ ਦਿੰਦੇ, ਕਿਸੇ ਵੀ ਤਰੀਕੇ ਨਾਲ ਕੋਈ ਪੈਸਾ ਨਹੀਂ ਦਿੰਦੇ। ਉਹਦੇ ਨਾਲ ਕੀ ਹੁੰਦੇ ਸਾਡੇ ਐਫਰਟਸ ਵੱਧ ਜਾਂਦੇ ਨੇ ਵੀ ਅਸੀਂ ਪੂਰਾ ਜ਼ੋਰ ਲਗਾ ਕੇ ਹਰ ਚੀਜ਼ ਨੂੰ ਸੈੱਟ ਕਰਕੇ ਦਿਖਾਉਂਦੇ ਹਾਂ। ਸਾਡੀ ਖੁਦ ਦੇ ਜੋ ਵੀ ਨੋਟਰੀ ਤੱਕ ਨਹੀਂ ਅਸੀਂ ਕਲਾਇੰਟ ਤੋਂ ਕਰਵਾਉਂਦੇ, ਵੀ ਉਹ ਵੀ ਅਸੀਂ ਆਪਣੀ ਸਾਡੀ ਕੰਪਨੀ ਖੁਦ ਕਰਵਾਉਂਦੀ ਹੈ, ਵੀ ਕਿਤੇ ਵੀ ਕੋਈ ਕਮੀ ਨਹੀਂ ਛੱਡਦੇ ਹੈਗੇ। ਅਤੇ ਉਹ ਜਦ ਸਾਰੀ ਚੀਜ਼ਾਂ ਦੀ ਕੁਆਲਿਟੀ ਹਾਈ ਰੱਖਦੇ ਹਾਂ ਅਤੇ ਸਾਨੂੰ ਪਤਾ ਹੈ ਵੀ ਅਗਰ ਵੀਜ਼ਾ ਨਹੀਂ ਆਇਆ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਇਹਦੇ ਵਿੱਚ, ਅਤੇ ਵੀਜ਼ਾ ਆਉਣ 'ਤੇ ਸਾਨੂੰ ਫਾਇਦਾ ਹੁੰਦਾ ਹੈ। ਅਤੇ ਸਾਡੀ ਕੰਪਨੀ ਪੂਰਾ ਦਾ ਪੂਰਾ ਐਫਰਟ ਕਰਕੇ SOP ਤੋਂ ਲੈ ਕੇ ਹਰ ਚੀਜ਼ ਤੋਂ ਲੈ ਕੇ ਇੰਨੀ ਬਰੀਕੀ ਨਾਲ ਚੱਲਦੀ ਹੈ ਤਾਂ ਕਿ ਵੀਜ਼ਾ ਜਿਹੜਾ ਹੈਗਾ ਉਹਦਾ ਜਿਹਦਾ ਨਹੀਂ ਵੀ ਆਉਣਾ ਹੁੰਦਾ ਉਹਦਾ ਵੀ ਟੈਕਨੀਕਲ ਵੀਜ਼ਾ ਆ ਜਾਂਦਾ ਹੈ। ਅਤੇ ਬੱਚਾ ਵੀ ਕਿਤੇ ਨਾ ਕਿਤੇ ਇਸ ਚੀਜ਼ 'ਤੇ ਜ਼ਿਆਦਾ ਟਰੱਸਟ ਕਰਦੇ ਵੀ ਜਿਹੜਾ ਕੰਸਲਟੈਂਟ ਉਹਨੂੰ ਕਹਿੰਦਾ ਫੰਡ ਦੇ ਪੈਸੇ ਦੇ ਦਿਓ ਜੀ, ਮੈਨੂੰ ਇਨਕਮ ਦੇ ਪੈਸੇ ਦੇ ਦਿਓ, ਮੈਨੂੰ ਇਹਦੇ ਦੇ ਦਿਓ ਉਹਦੇ ਦੇ ਦਿਓ, ਵੀ 2-2.5 ਲੱਖ ਰੁਪਏ ਵੱਟਣ ਦੀ ਕੋਸ਼ਿਸ਼ ਕਰਦਾ ਵੀ ਜਦੋਂ ਵੀ ਹਜੇ ਸਿਰਫ ਫਾਈਲ ਲਗਾਉਣ ਵਾਸਤੇ, ਵੀਜ਼ਾ ਆਏ ਨਾ ਆਏ ਬਾਅਦ 'ਚੋਂ ਬੱਚੇ ਨੂੰ ਕਿਤੇ ਨਾ ਕਿਤੇ ਕਹਾਣੀ ਪਾ ਦਿੱਤੀ ਜਾਂਦੀ ਹੈ ਵੀ ਫੰਡ ਦੀ ਵਜ੍ਹਾ ਤੋਂ ਨਹੀਂ, ਤੇਰੇ GT ਦੇ ਕਾਰਨ ਉਹਨਾਂ ਨੂੰ ਐਂ ਲੱਗਦਾ ਤੁਸੀਂ ਵਾਪਸ ਨਹੀਂ ਆਓਗੇ ਵੀ ਤਾਂ ਕਰਕੇ ਰਿਫਿਊਜ਼ ਹੋ ਗਿਆ। ਵੀ ਹੁਣ ਦੱਸੋ ਇਹ ਕਿਹੜਾ ਕਿਤੇ ਲਿਖਿਆ ਵੀ ਤੁਸੀਂ ਵਾਪਸ ਹੀ ਨਹੀਂ ਆਓਗੇ, ਵੀ ਇਹਦਾ ਕੋਈ ਟੈਕਨੀਕਲੀ ਕੋਈ ਬਹੁਤ ਵੱਡਾ ਰੀਜ਼ਨ ਨਹੀਂ ਬਣਦਾ ਹੈਗਾ। ਇਸ ਕਰਕੇ ਅਗਲੇ ਕੰਸਲਟੈਂਟ ਦਾ ਟਾਰਗੇਟ ਉਹੀ ਹੁੰਦਾ ਵੀ ਮੈਨੇ 2-2.5 ਲੱਖ ਰੁਪਏ 3 ਲੱਖ ਰੁਪਏ ਕਿਵੇਂ ਇਕੱਠੇ ਕਰਨੇ ਆ, ਉਹ ਬੱਚੇ ਤੋਂ ਕਢਾ ਦਿੱਤੇ ਜਾਂਦੇ, ਫੀਸ ਬੱਚੇ ਨੂੰ ਕਿਹਾ ਜਾਂਦਾ ਸਾਡੇ ਥਰੂ ਭਰੋ, ਵੀ 40-50 ਹਜ਼ਾਰ ਰੁਪਏ ਉਹਦੇ ਵਿੱਚੋਂ ਕਮਾ ਦਿੰਦਾ ਕੰਸਲਟੈਂਟ, ਵੀ 2.5-3 ਲੱਖ ਤੋਂ ਲੈ ਕੇ 3.5-4 ਲੱਖ ਰੁਪਏ ਤੱਕ ਇਕੱਠਾ ਕਰ ਦਿੰਦਾ ਆਪਦਾ। ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕੋਈ 1% ਵੀ ਉਹਨੂੰ ਹੋਏਗਾ ਵੀ ਵੀਜ਼ਾ ਆਏ ਕਿ ਨਹੀਂ ਆਇਆ ਤਾਂ ਵੀ ਠੀਕ ਹੈ, ਕੋਈ ਗੱਲ ਨਹੀਂ ਜੀ, ਲੱਖ ਰੁਪਏ ਜਿਹੜੀ ਕੰਸਲਟੈਂਸੀ ਉਹ ਮੰਗਦੇ ਨਹੀਂ, ਉਹਨੇ ਨਾ ਆਇਆ ਤਾਂ ਜੀ ਵੀ ਸਾਡਾ ਕਿਹੜਾ ਕੋਈ ਅਸੀਂ ਕਿਹੜਾ ਵੀ ਨਹੀਂ ਆਇਆ ਵੀ ਠੀਕ ਹੈ ਫੰਡ ਦੇ ਪੈਸੇ ਤੁਹਾਡੇ ਮੁੜਨੇ ਨਹੀਂ, ਇਹ ਨਹੀਂ ਮੁੜਨੇ, ਉਹ ਨਹੀਂ ਮੁੜਨੇ, ਅਗਲੇ 3.5-4 ਲੱਖ ਰੁਪਏ ਤੁਹਾਡੇ ਤੋਂ ਇਕੱਠੇ ਕਰ ਦੇਣਾ। ਇਸ ਕਰਕੇ ਇਹ ਚੀਜ਼ਾਂ ਤੋਂ ਬਚੋ। ਅਤੇ ਜਿਹੜਾ ਕੰਸਲਟੈਂਟ ਤੁਹਾਨੂੰ ਕਹਿੰਦਾ ਵੀ ਠੀਕ ਹੈ ਜੀ ਬਾਅਦ 'ਚੋਂ ਤੁਸੀਂ ਆਪਦਾ ਪੇਮੈਂਟ ਦੇਣੀ ਹੈ ਜੋ ਵੀ ਖਰਚੇ ਦਾ ਹੈਗਾ, ਅਤੇ ਬੇਸਿਕ ਖਰਚਾ ਜਿਹੜਾ ਚਲੋ ਪਹਿਲਾਂ ਲੱਗਣਾ ਉਹ ਤਾਂ ਲੱਗਣਾ ਹੀ ਹੈ, ਫੀਸਾਂ ਆਪ ਭਰੋ, ਡਾਇਰੈਕਟ ਆਪਦੇ ਬੈਂਕ ਰਾਹੀਂ ਭਰੋ, ਏਜੰਟਾਂ ਦੇ ਹੱਥਾਂ 'ਚ ਪੈਸੇ ਕੈਸ਼ ਜਾਂ ਚੈੱਕ ਉਹਨਾਂ ਦੇ ਅਕਾਊਂਟ 'ਚ ਨਾ ਦਿਓ, ਹਮੇਸ਼ਾ ਧੋਖਾ ਖਾਓਗੇ। ਐਮਬੈਸੀ ਫੀਸ ਅਗਰ ਕੋਸ਼ਿਸ਼ ਕਰੋ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਆਪਣਾ ਦੀ ਡਿਟੇਲ ਦਿਓ ਅਤੇ ਬਿਲਕੁਲ ਐਗਜ਼ੈਕਟ ਪੈਸੇ ਕੱਟਣਗੇ। ਅਗਰ ਨਹੀਂ ਹੈਗਾ ਬਾਈ ਚਾਂਸ ਫਿਰ ਜੋ ਵੀ ਡਾਲਰ ਰੇਟ ਦੇ ਹਿਸਾਬ ਨਾਲ ਉਸ ਦਿਨ ਦਾ ਰੇਟ ਬਣਦਾ ਹੈ ਅਤੇ ਆਪਣੇ ਕੰਸਲਟੈਂਟ ਨੂੰ ਅਕਾਊਂਟ 'ਚ ਜਮ੍ਹਾਂ ਕਰਾਓ ਅਤੇ ਆਪਦੀ ਰਸੀਦ ਦਿਓ ਉਹ ਚੀਜ਼ਾਂ ਦੀ। ਅਤੇ ਬਾਕੀ ਜੋ ਵੀ ਖਰਚਾ ਹੈਗਾ ਆਫਟਰ ਵੀਜ਼ਾ ਦਿਓ, ਅਤੇ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ, ਆਰਾਮ ਨਾਲ ਤੁਸੀਂ ਸਕਸੈਸਫੁਲ ਹੋਣ ਦੇ ਵਿੱਚ ਬਹੁਤ ਵਧੀਆ ਰਹੇਗਾ ਤੁਹਾਨੂੰ ਇਸ ਤਰੀਕੇ ਨਾਲ ਅਗਰ ਤੁਸੀਂ ਅਪਲਾਈ ਕਰਦੇ ਹੋ। ਠੀਕ ਹੈ, ਅੱਜ ਦੇ ਸਾਡੇ ਲਾਈਵ ਸੈਸ਼ਨ ਦਾ ਸਮਾਂ ਜਿਹੜਾ ਸਮਾਪਤ ਹੋ ਗਿਆ। ਬਾਕੀ ਸਰ ਤੁਸੀਂ ਸਟੂਡੈਂਟਸ ਨੂੰ ਜਾਂਦੇ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਚੰਡੀਗੜ੍ਹ ਅਵੇਲੇਬਲ ਹੁੰਦਾ ਜੀ, ਜ਼ਿਆਦਾਤਰ ਸਾਡੇ ਆਫਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਨੇ, ਅਤੇ ਕੁਰੂਕਸ਼ੇਤਰ ਸਾਡਾ ਆਫਿਸ ਜਲਦੀ ਓਪਨ ਹੋਣ ਵਾਲਾ ਹੈ। ਅਤੇ ਅਗਰ ਮਿਲਣਾ ਚਾਹੁੰਦੇ ਹੋ, ਕੋਈ ਜ਼ਿਆਦਾ ਚੱਕਰ ਤੁਹਾਡੇ ਲੱਗਣੇ ਨਹੀਂ, ਇੱਕ ਵਾਰੀ ਤੁਸੀਂ ਅਗਰ ਖੁੱਲ੍ਹ ਕੇ ਡਿਸਕਸ ਕਰਨਾ ਆਪਦਾ ਕੇਸ ਮੇਰੇ ਨਾਲ, ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ। ਮੈਂ ਮਾਰਨਿੰਗ ਟੂ ਈਵਨਿੰਗ ਚੰਡੀਗੜ੍ਹ ਅਵੇਲੇਬਲ ਹੁੰਦਾ। ਅਤੇ ਇਸ ਤੋਂ ਇਲਾਵਾ ਅਗਰ ਤੁਸੀਂ ਲਾਈਕ ਬਾਕੀ ਜੋ ਵੀ ਕੰਮ ਜਿਹੜਾ ਹੁੰਦਾ ਇੱਕ ਵਾਰੀ ਅਪਲਾਈ ਕਰਨ ਤੋਂ ਬਾਅਦ ਸਾਰਾ ਫੋਨ 'ਤੇ ਜਾਂ ਈਮੇਲ 'ਤੇ ਜਾਂ WhatsApp 'ਤੇ ਹੋ ਜਾਂਦਾ, ਵੀ ਤੁਹਾਡੇ ਚੱਕਰ ਲੱਗਣ ਦੀ ਲੋੜ ਨਹੀਂ। ਉਸ ਤੋਂ ਬਾਅਦ ਤਾਂ ਤੁਸੀਂ ਜਦੋਂ ਵੀਜ਼ਾ ਆਏਗਾ ਉਦੋਂ ਹੀ ਆਉਣਾ ਇੱਕ ਵਾਰੀ ਮੇਰੇ ਕੋਲ। ਅਤੇ ਇਸ ਤੋਂ ਇਲਾਵਾ ਵੀ ਅਸੀਂ ਤੁਹਾਡੇ ਚੱਕਰ ਨਹੀਂ ਲਵਾਉਂਦੇ ਹੈਗੇ, ਅਤੇ ਸਾਡੇ ਕੰਪਨੀ ਦਾ ਉਹ ਵੀ ਸਿਸਟਮ ਨਹੀਂ ਹੈਗਾ ਵੀ ਅਪਲਾਈ ਕਰਕੇ ਫੋਨ ਨਾ ਚੱਕੋ ਜਾਂ ਜਵਾਬ ਨਾ ਦਿਓ। ਵੀ ਟਾਈਮ ਦੀ ਆਫਰ ਲੈਟਰ ਅਪਲਾਈ ਹੁੰਦੀ ਹੈ, ਟਾਈਮ ਦੀ ਬੱਚਿਆਂ ਨੂੰ ਜਵਾਬ ਦਿੱਤਾ ਜਾਂਦਾ ਹੈ, ਅਤੇ ਟਾਈਮ ਦੀ ਹੀ ਬੱਚੇ ਦੀ ਪ੍ਰੋਸੈਸਿੰਗ ਹੁੰਦੀ ਹੈ ਤਾਂ ਕਿ ਵੀ ਬੱਚੇ ਨੂੰ ਵੀ ਯਾਨੀ ਕਿ ਅੱਜ ਕੱਲ੍ਹ ਜਿਵੇਂ ਕਰੋਨਾ ਵਾਇਰਸ ਦੇ ਚੱਕਰ 'ਚ ਬੱਚਾ ਟਰੈਵਲ ਕਰਨ ਨੂੰ ਵੀ ਡਰਦਾ ਹੈ, ਹੋਰ ਚੀਜ਼ਾਂ ਨੂੰ ਡਰਦਾ ਹੈ। ਸਾਡੀ ਕੰਪਨੀ ਦਾ ਉਹ ਰਹਿੰਦਾ ਵੀ ਅਸੀਂ ਵੀ ਪ੍ਰੋਪਰਲੀ ਜਦੋਂ ਵੀ ਤੁਸੀਂ ਫੋਨ ਕਰਦੇ ਹੋ, WhatsApp ਕਰਦੇ ਹੋ, ਤੁਹਾਨੂੰ ਟਾਈਮ ਦੀ ਰਿਪਲਾਈ ਕੀਤਾ ਜਾਂਦਾ, ਅਤੇ ਤੁਹਾਨੂੰ ਕਮਿਊਨੀਕੇਸ਼ਨ ਬਹੁਤ ਵਧੀਆ ਰੱਖਦੇ ਹਾਂ ਅਸੀਂ ਕਲਾਇੰਟ ਨਾਲ। ਵੀ ਸਾਡੇ ਲਈ ਇਹ ਇੰਪੋਰਟੈਂਟ ਨਹੀਂ ਹੈਗਾ ਵੀ ਤੁਹਾਨੂੰ ਤਾਂ ਅਸੀਂ ਕਲਾਇੰਟ ਬਣਾਉਣਾ ਹੀ ਬਣਾਉਣਾ ਹੈਗਾ, ਤੁਹਾਡਾ ਤਾਂ ਕੇਸ ਕਰਨਾ ਹੀ ਕਰਨਾ। ਅਤੇ ਜਿਹੜੇ ਨਾਲ ਤੁਹਾਡੇ ਪਿੱਛੇ ਜਾਣੇ ਲੱਗੀ ਹੋਈ ਹੈ ਕੇਸਾਂ ਦੀ, ਵੀ ਹਰ ਕੇਸ ਦੇ ਪਿੱਛੇ ਘੱਟੋ ਘੱਟ 4-5 ਕੇਸ ਹੁੰਦੇ ਨੇ, ਉਹਦਾ ਰੈਫਰੈਂਸ ਦੇ, ਫਰੈਂਡ ਸਰਕਲ ਦੇ ਹੁੰਦੇ ਨੇ ਜੀ, ਕੋਈ ਰਿਸ਼ਤੇਦਾਰੀ ਦੇ ਹੁੰਦੇ ਨੇ। ਸਾਨੂੰ ਉਹ ਵੀ ਅਸੀਂ ਟਾਰਗੇਟ ਕਰਦੇ ਹਾਂ ਵੀ ਉਹ ਵੀ ਸਾਡੇ ਕੋਲ ਜਾਣ ਅਪਲਾਈ ਕਰਕੇ, ਅਤੇ ਉਹ ਤਦ ਹੋਏਗਾ ਜਦ ਤੁਹਾਨੂੰ ਸਰਵਿਸ ਸਹੀ ਮਿਲੇਗੀ, ਓਨੈਸਟੀ ਨਾਲ ਤੁਹਾਡੇ ਨਾਲ ਡੀਲ ਕੀਤਾ ਜਾਏਗਾ, ਅਤੇ ਜਦ ਤੁਹਾਡੇ ਨਾਲ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਤੁਹਾਡਾ ਕੰਮ ਕੀਤਾ ਜਾਏਗਾ, ਸਹੀ ਤਰੀਕੇ ਨਾਲ ਤੁਹਾਡੀ ਡੀਲਿੰਗ ਹੋਏਗੀ, ਤੁਹਾਨੂੰ ਬਿਨਾਂ ਕਹੇ ਵੀ ਤੁਸੀਂ ਸਾਨੂੰ ਕੇਸ ਦਿਓਗੇ। ਅਤੇ ਅਗਰ ਗਲਤ ਡੀਲਿੰਗ ਹੋਏਗੀ ਤੁਹਾਡੇ ਨਾਲ, ਤੁਸੀਂ ਆਪਦੇ ਸਗੇ ਭਰਾ ਦਾ ਕੇਸ ਵੀ ਸਾਨੂੰ ਨਹੀਂ ਭੇਜੋਗੇ, ਬੇਸ਼ੱਕ ਜਿੰਨਾ ਮਰਜ਼ੀ ਅਸੀਂ ਜ਼ੋਰ ਲਾ ਦਈਏ ਤੁਹਾਨੂੰ। ਇਸ ਕਰਕੇ ਸਾਡੀ ਤਰਫੋਂ ਟਰਾਂਸਪੇਰੈਂਟੀ ਅਤੇ ਓਨੈਸਟੀ ਜਿਹੜੀ ਹੈਗੀ ਹੈ ਸਭ ਤੋਂ ਪ੍ਰਾਈਮ ਹੈਗੀ ਹੈ ਸਾਡੇ ਦੀ। ਅਤੇ ਅਗਰ ਤੁਹਾਡਾ ਕੇਸ ਕਿਸੇ ਕਾਰਨ ਨਹੀਂ ਲੱਗਣ ਵਾਲਾ ਜਾਂ ਬਿਲਕੁਲ ਕਮਜ਼ੋਰ ਹੈ ਜਾਂ ਕੋਈ ਉਮੀਦ ਨਹੀਂ ਹੈਗੀ, ਅਤੇ ਸਾਡੀ ਕੰਪਨੀ ਸ਼ਰੇਆਮ ਤੁਹਾਨੂੰ ਕਲੀਅਰ ਕੱਟ ਮਨਾ ਕਰੇਗੀ, ਸਾਡੇ ਟਰਾਈ ਵੀ ਨਹੀਂ ਮਾਰੇਗੀ, ਤੁਹਾਡੇ 1 ਰੁਪਇਆ ਵੀ ਤੁਹਾਡਾ ਕੇਸ ਦਾ ਖਰਾਬ ਨਹੀਂ ਕਰੇਗੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਾਕੀ ਕੱਲ੍ਹ ਆਪਾਂ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ, ਨਵੇਂ ਲਾਈਵ ਸੈਸ਼ਨ ਦੇ ਵਿੱਚ। ਧੰਨਵਾਦ ਜੀ।